केरा जित मिलै चुके सब सोग संतापे। सतनाम श्री वाहिगुरु साहिब जियो। 12 महा मांझ महला पंजवा। घर चौथा एक ओंकार सतगुर प्रसाद। किरत कर्म के विछुड़े कर कृपा मेलो राम। चार कुंट दह दिस भ्रमे थक आए प्रभ की शाम। तेन दुदैते बाहरी कितै न आवे काम। जल बिन शाख कुमलावती उपजह नाही दाम। हर नाहा न मिलिए साजनै कत पाइए विश्राम। जित कर हर कंत न प्रगटई पठ नगर से ग्राम। श्रब सिगार तंबूल रस सण देही सब खाम। प्रभ स्वामी कंत बिहूणिया मीत सजन सब जाम। नानक की बेनंतियाँ कर कृपा दीजै नाम। हर मेल हो स्वामी संग प्रभ जिसका निश्चल धाम। चेत गोविंद आराधिय होवे आनंद घना। संत जना मिल पाइयै रसना नाम भणा। जिन पाया प्रभ अपना आए तिसह गणा। एक खिन तिस बिन जीवना बिरथा जन्म जना। जल थल महियल पूरिया रविया विच वणा। सो प्रभ चित न आवई कितड़ा दुख गणा। जिनी रावया सो प्रभु तिन्ना भाग मना। हर दर्शन को मन लोचदा नानक प्यास मना। चेत मिलाए सो प्रभु तिसकै पाए लगा। चेत मिलाए सो प्रभु तिसकै पाए लगा। वाहिगुरु जी का खालसा वाहिगुरु जी की फतेह। जुगो जुग अटल हाजरा हजूर ज़ाहरा ज़हूर सर्व कला भरपूर। धन धन सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰਮੁਖ ਸਤਸੰਗੀ ਜਨੋ, ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋ ਕੇ ਹਰੀ ਜਸ ਸਰਵਣ ਕਰਕੇ ਜੀਵਨ ਨੂੰ ਸਫਲੀਆਂ ਬਣਾ ਰਹੇ ਹੋ। ਗੁਰਮੁਖਾਂ ਪਾਸੋਂ ਆਪ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦਾ
ਹਰੀ ਜਸ ਕੀਰਤਨ ਸਰਵਣ ਕੀਤਾ। ਕੀਰਤਨ ਦੀ ਸਰੋਤ ਉਪਰੰਤ ਅੱਜ ਜੋ 12 ਮਹੀਨੇ ਦੇ ਪਾਠ ਨੂੰ ਮੁੱਖ ਰੱਖਦੇ ਹੋਏ ਸਤਿਗੁਰੂ ਜੀ ਨੇ ਚੇਤ ਮਹੀਨੇ ਦੇ ਪ੍ਰਥਾਏ ਜੋ ਪਾਵਨ ਪਵਿੱਤਰ ਮਹਾਵਾਕ ਉਚਾਰਨ ਕੀਤਾ, ਉਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ। 12 ਮਹੀਨਿਆਂ ਦੀ ਆਰੰਭਤਾ ਸਤਿਗੁਰ ਜਿਸ ਸ਼ਬਦ ਤੋਂ ਕਰਦੇ ਨੇ ਉਹ ਵੀ ਆਪ ਜੀ ਨੇ ਸਰਵਣ ਕੀਤਾ। ਤੁਸ਼ ਬੁੱਧੀ ਅਨੁਸਾਰ ਇਸ ਪਾਵਨ ਪਵਿੱਤਰ ਮਹਾਵਾਕ ਦਾ ਵਖਿਆਨ ਆਪ ਨਾਲ ਸਾਂਝਾ ਕਰਾਂ। ਇਕਾਗਰਤਾ ਬਖਸ਼ਿਸ਼ ਕਰਦੇ ਹੋਏ, ਅਸੀਸ ਬਖਸ਼ਿਸ਼ ਕਰਦੇ ਹੋਏ, ਰਸਨਾ ਪਵਿੱਤਰ ਕਰਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਦ ਵੀ ਕੋਈ ਪਰਮਾਤਮਾ ਨੂੰ ਪਾ ਲੈਂਦਾ ਹੈ, ਉਸ ਅਗੰਮੀ ਰਹੱਸ ਵਿੱਚ ਡੁੱਬ ਜਾਂਦਾ ਹੈ। ਉਸ ਦਾ ਇੱਕ ਹੀ ਮਨੋਰਥ ਹੁੰਦਾ ਹੈ, ਜੋ ਮੈਂ ਜਾਣਿਆ ਇਹ ਜਗਤ ਨੂੰ ਵੀ ਵਰਤਾਇਆ ਜਾਏ। ਜਿਸ ਪਰਮਾਤਮਾ ਨੂੰ ਪਾ ਕੇ ਮੇਰਾ ਜੀਵਨ ਆਨੰਦਿਤ ਹੋ ਗਿਆ, ਜਗਤ ਵੀ ਉਸ ਆਨੰਦ ਵਿੱਚ ਆਪਣੇ ਆਪ ਨੂੰ ਬਹਾ ਦੇਵੇ। ਪਰਮਾਤਮਾ ਅੰਤਿਮ ਮੁਕਾਮ ਹੈ। ਮੁਕਾਮ ਤੋਂ ਪਹੁੰਚਣ ਤੋਂ ਬਾਅਦ ਭਗਤ ਦਾ, ਗੁਰੂ ਦਾ ਇੱਕ ਹੀ ਲਕਸ਼ ਹੁੰਦਾ ਹੈ, ਜੋ ਜਗਿਆਸੂ ਨੇ ਉਹਨਾਂ ਦਾ ਮਾਰਗ ਦਰਸ਼ਨ ਕਰਨਾ, ਉਹਨਾਂ ਨੂੰ ਵੀ ਉਸ ਅਗੰਮੀ ਰਹੱਸੇ ਤੋਂ ਵਾਕਿਫ ਕਰਾਉਣਾ। ਸ਼ਾਇਦ ਆਪ ਨੂੰ ਪਤਾ ਹੋਵੇ, ਜਦ ਮਹਾਤਮਾ ਬੁੱਧ ਨਿਰਵਾਣ ਨੂੰ ਉਪਲਬਧ ਹੋਏ, ਉਸ ਵਕਤ ਕੁਝ ਭਿਕਸ਼ੂ ਇਹਨਾਂ ਦੇ ਪਾਸ ਇਕੱਤਰ ਹੋ ਕੇ ਆਏ, ਜਿਨ੍ਹਾਂ ਵਿੱਚ ਆਨੰਦ ਮੁਖੀ ਹੈ। ਔਰ ਬੋਧੀ ਗ੍ਰੰਥ ਤੋਂ ਜ਼ਿਕਰ ਕਰਦੇ ਨੇ ਕਿ ਉਸ ਵਕਤ ਦੇਵਤਿਆਂ ਨੇ ਬੁੱਧ ਦੇ ਸਮਕਸ਼ ਬੇਨਤੀ ਕੀਤੀ। ਔਰ ਮੈਂ ਇਸ ਨੂੰ ਇੰਝ ਕਹਿਣ ਦਾ ਯਤਨ ਕਰਾਂਗਾ, ਉਹ ਵਿਅਕਤੀ ਜਿਹੜੇ ਪਰਮਾਤਮਾ ਦਾ ਗਿਆਨ ਲੈਣ ਦੀ ਜਗਿਆਸਾ ਰੱਖਦੇ ਹੋਣਗੇ, ਉਹਨਾਂ ਨੇ ਫਰਿਆਦ ਕੀਤੀ ਵੀ ਹੇ ਭਗਵਾਨ, ਜੋ ਤੁਸੀਂ ਜਾਣਿਆ, ਜੋ ਤੁਸੀਂ ਪਾ ਲਿਆ, ਉਸ ਬਾਰੇ ਹੁਣ ਕੁਝ ਬੋਲੋ, ਤਾਂ ਜੋ ਭੁੱਲੇ ਭਟਕੇ ਲੋਕਾਂ ਦਾ ਵੀ ਮਾਰਗ ਦਰਸ਼ਨ ਹੋਵੇ। ਤੇ ਬੁੱਧ ਨੇ ਕਹਿਣਾ ਕੀਤਾ ਸੀ, ਜੋ ਪਰਮਾਤਮਾ ਨੂੰ ਪਾਉਣ ਦੀ ਤਾਂਘ ਰੱਖਦਾ ਹੈ, ਉਹ ਮੇਰੇ ਬੋਲਣ ਦਾ ਇੰਤਜ਼ਾਰ ਨਹੀਂ ਕਰੇਗਾ, ਉਹ ਪਾ ਹੀ ਲਏਗਾ। ਜਿਸ ਨੇ ਨਹੀਂ ਪਾਉਣਾ, ਉਸ ਤਰਫ ਤੁਰਨਾ ਹੀ ਨਹੀਂ ਹੈ। ਮੇਰੇ ਜੈਸੇ ਅਨੰਤ ਬੁੱਧ ਵੀ ਬੋਲ ਕੇ ਚਲੇ ਜਾਣ, ਉਸ ਦੇ ਕੰਨ ਤੇ ਜੂੰ ਨਹੀਂ ਸਰਕਣੀ। ਉਹ ਜਿਹੜੇ ਦਿਵਯ ਪੁਰਸ਼ ਸਨ, ਉਹ ਕਹਿਣ ਲੱਗੇ, ਠੀਕ ਹੈ ਤੁਸੀਂ ਜੋ ਕਹਿ ਰਹੇ ਹੋ, ਦੋ ਤਲ ਤੇ ਤੁਸੀਂ ਬਿਆਨ ਕਰ ਦਿੱਤੇ। ਜਿਨ੍ਹਾਂ ਨੇ ਪਰਮਾਤਮਾ ਨੂੰ ਪਾਉਣਾ ਹੈ, ਉਹ ਤੁਹਾਡੇ ਬੋਲਾਂ ਦੀ ਪ੍ਰਤੀਕਸ਼ਾ ਨਹੀਂ ਕਰਨਗੇ, ਪਾ ਹੀ ਲੈਣਗੇ। ਜਿਨ੍ਹਾਂ ਨੇ ਉਸ ਤਰਫ ਤੁਰਨਾ ਹੀ ਨਹੀਂ, ਉਹ ਤੁਹਾਡੇ ਬੋਲ ਨਹੀਂ ਸੁਣਨਗੇ। ਪਰ ਹੇ ਬੁੱਧ, ਇੱਕ ਮੱਧੇ ਵਰਗ, ਇੱਕ ਹੋਰ ਵੀ ਤਬਕਾ ਹੈ, ਜਿਹੜਾ ਤੁਹਾਡੇ ਬੋਲਣ ਨਾਲ ਹੀ ਚੱਲੇਗਾ। ਤੁਸੀਂ ਬੋਲੋਗੇ, ਉਹਨਾਂ ਦੇ ਅੰਦਰ ਜਗਿਆਸਾ ਚੱਲਣ ਦੀ ਪੈਦਾ ਹੋਵੇਗੀ। ਫਿਰ ਇਹ ਬਾਤ ਸੁਣ ਕੇ ਬੁੱਧ ਨੇ ਬੋਲੇ ਕੁਝ ਆਪਣੇ ਅਧਿਆਤਮ ਦੇ ਗਿਆਨ ਦੇ ਪ੍ਰਥਾਏ। ਗੁਰੂ ਨਾਨਕ ਦੇਵ ਮਹਾਰਾਜ ਜਦ ਪਰਮ ਸਮਾਧੀ ਵਿੱਚ ਗਏ ਨੇ, ਵੇਈ ਨਦੀ ਤੋਂ ਬਾਹਰ ਆਉਂਦੇ ਨੇ, ਮੌਨ ਨੇ, ਜੋ ਪਰਮ ਰਹੱਸੇ ਜਾਣਿਆ, ਉਸ ਪ੍ਰਥਾਏ ਮੌਨ ਨੇ। ਬਾਰ-ਬਾਰ ਬੁਲਾਇਆ ਗਿਆ, ਕੁਛ ਬੋਲੋ। ਤੇ ਫਿਰ ਜੋ ਉਹਨਾਂ ਨੇ ਕਿਹਾ, ਉਹ ਬੋਲ ਸਾਰੇ ਸੁਲਤਾਨ ਵਿੱਚ ਅੱਗ ਦੀ ਤਰ੍ਹਾਂ ਫੈਲ ਗਏ। ਕਿਹੜੇ ਬੋਲ ਸਨ? ਨਾ ਹਮ ਹਿੰਦੂ ਨਾ ਮੁਸਲਮਾਨ। ਜਦ ਵੀ ਕੋਈ ਆਪਣੇ ਅੰਦਰ ਗਹਿਰਾ ਉਤਰਦਾ, ਉਹ ਕੀ ਪਾਉਂਦਾ ਹੈ? ਨਾ ਮੈਂ ਹਿੰਦੂ ਹਾਂ, ਨਾ ਮੈਂ ਮੁਸਲਮਾਨ ਹਾਂ, ਨਾ ਮੈਂ ਜੈਨੀ ਹਾਂ, ਨਾ ਮੈਂ ਬੋਧੀ ਹਾਂ, ਨਾ ਮੈਂ ਸਿੱਖ ਹਾਂ, ਨਾ ਮੈਂ ਪਾਰਸੀ ਹਾਂ। ਅੰਦਰ ਮਜ਼ਹਬ ਦੀ ਛਾਪ ਨਹੀਂ ਪਾਉਂਦਾ, ਅੰਦਰ ਤੱਤ ਵਸਤੂ ਬ੍ਰਹਮ ਨੂੰ ਪਾ ਲੈਂਦਾ ਹੈ। ਅਵਤਾਰਾਂ ਦਾ ਇੱਕ ਹੀ ਮਕਸਦ ਹੈ, ਮਨੁੱਖ ਦੀ ਰੁਕੀ ਹੋਈ ਅਧਿਆਤਮ ਦੀ ਜ਼ਿੰਦਗੀ ਚੱਲ ਪਏ, ਪਰਮਾਰਥ ਦੀ ਤਰਫ ਮਨੁੱਖ ਨਿਕਲ ਪਏ। ਗਾਹੇ ਅਵਗਾਹੇ ਕੋਈ ਨਾ ਕੋਈ ਸਾਧਨ ਬਣਾ ਕੇ ਰਹਿਬਰ ਪਰਮਾਤਮਾ ਦਾ ਗਿਆਨ ਸਾਡੀ ਤਰਫ ਉਡੇਲਦੇ ਨੇ। ਗੁਰਬਾਣੀ ਨੂੰ ਪੜ੍ਹਨਾ, ਕਿਧਰੇ ਸਤਿਗੁਰੂ
12 ਮਹੀਨਿਆਂ ਨੂੰ ਆਧਾਰ ਬਣਾ ਕੇ ਬ੍ਰਹਮ ਗਿਆਨ ਸਾਡੀ ਤਰਫ ਫੇਂਕਦੇ ਨੇ, ਉਛਾਲਦੇ ਨੇ, ਸਾਡੇ ਹਿਰਦੇ 'ਚ ਚੱਲਿਆ ਜਾਏ। ਕਿਧਰੇ ਸਤਿਗੁਰ ਜੀ 7 ਦਿਨਾਂ ਨੂੰ ਆਧਾਰ ਬਣਾਉਂਦੇ ਨੇ, ਸੋਮਵਾਰ ਮੰਗਲਵਾਰ ਕਰਕੇ। ਕਿਧਰੇ ਗੁਰਮੁਖੀ ਦੀ ਸਾਰਣੀ ਨੂੰ ਆਧਾਰ ਬਣਦੇ ਨੇ, ਊੜਾ ਐੜਾ ਈੜੀ 52 ਅੱਖਰੀ ਉਚਾਰਦੇ ਨੇ। ਮਕਸਦ ਤਾਂ ਇੱਕੋ ਹੀ ਹੈ, ਕਿਸ ਤਰ੍ਹਾਂ ਮਨੁੱਖ ਦੀ ਅਧਿਆਤਮ ਦੀ ਜ਼ਿੰਦਗੀ ਚੱਲ ਪਏ, ਮਨੁੱਖ ਦੀ ਸੁੱਤੀ ਹੋਈ ਚੇਤਨਾ ਜਾਗੇ। ਕਿਧਰੇ ਸਤਿਗੁਰ ਜੀ ਦਿਨ ਦੇ 4 ਪਹਿਰਾਂ ਨੂੰ ਆਧਾਰ ਬਣਾ ਕੇ 4 ਪਹਿਰਿਆਂ ਦੀ ਬਾਣੀ ਉਚਾਰਨ ਕਰਕੇ ਤਾਂ ਸੇਧ ਦਿੰਦੇ ਨੇ। ਕਿਧਰੇ ਦਿਨ ਔਰ ਰਾਤ ਦਾ ਵਰਣਨ ਕਰਕੇ ਮਨੁੱਖ ਨੂੰ ਜਗਾਉਂਦੇ ਨੇ। ਮਕਸਦ ਇੱਕੋ ਹੀ ਹੈ, ਮਨੁੱਖ ਜਾਗ ਜਾਏ, ਆਪਣੇ ਮੂਲ ਨੂੰ ਪਾ ਲੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ 12 ਮਹਾ ਉਚਾਰਨ ਕੀਤਾ। ਉਹ 12 ਮਹਾ ਤੁਖਾਰੀ ਹੈ, ਪਰ ਪ੍ਰਚਲਿਤ ਹੋ ਗਿਆ 12 ਮਾਝ। ਕਿਉਂ? ਪੜ੍ਹਨ ਵਿੱਚ ਆਸਾਨ ਹੈ ਔਰ ਜਲਦੀ ਮਨੁੱਖ ਦੇ ਹਿਰਦੇ ਤੇ ਛਾਪ ਛੋੜਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 12 ਮਾ ਤੁਖਾਰੀ ਉਹ ਵੀ ਆਪਣੇ ਆਪ ਵਿੱਚ ਗਹਿਰੀ ਮਿਸਾਲ ਹੈ। ਸਤਿਗੁਰੂ ਉਸ ਵਿੱਚ ਵੀ 1-1 ਮਹੀਨੇ ਨੂੰ ਆਧਾਰ ਬਣਾ ਕੇ ਅਗੰਮੀ ਗਿਆਨ ਬਖਸ਼ਦੇ ਨੇ। ਸ਼ਾਇਦ ਆਪ ਨੂੰ ਪਤਾ ਹੋਵੇ, ਸਾਈਂ ਬਾਬਾ ਬੁੱਲੇ ਸ਼ਾਹ ਨੇ ਵੀ 12 ਮਾਹ ਲਿਖੇ ਹੈ। ਉਸਨੇ ਵੀ ਆਪਣੇ ਕਲਾਮ ਵਿੱਚ 1-1 ਮਹੀਨੇ ਨੂੰ ਆਧਾਰ ਬਣਾ ਕੇ ਰੱਬੀ ਗਿਆਨ ਜਗਤ ਵਿੱਚ ਵੰਡਣਾ ਚਾਹਿਆ ਹੈ। ਇਹਨਾਂ ਰਹਿਬਰਾਂ ਦਾ ਇੱਕ ਹੀ ਮਕਸਦ ਹੈ, ਜੋ ਅਸੀਂ ਜਾਣਿਆ ਉਹ ਮਨੁੱਖਤਾ ਤੱਕ ਕਿਵੇਂ ਨਾ ਕਿਵੇਂ ਪਹੁੰਚ ਜਾਏ, ਮਨੁੱਖ ਜਾਗ ਜਾਏ। ਤੇ ਸਤਿਗੁਰੂ ਜੀ ਇਸ ਮਹੀਨੇ ਨੂੰ ਆਧਾਰ ਬਣਾ ਕੇ 12 ਮਹੀਨਿਆਂ ਦੀ ਆਰੰਭਤਾ ਕਰਨ ਤੋਂ ਪਹਿਲੇ ਮਕਸਦ ਦੱਸਦੇ ਨੇ ਵੀ ਹੇ ਇਨਸਾਨ, ਇੱਕੋ ਇੱਕ ਮਕਸਦ ਹੈ ਤੇਰਾ ਪਰਮਾਤਮਾ ਨਾਲ ਮਿਲਣ ਦਾ। ਪ੍ਰਭੂ ਤੇਰਾ ਮੂਲ ਹੈ। ਰੋਜ਼ ਆਪ ਪੜ੍ਹਦੇ ਹੋ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਮਰੀਆ। ਇਹ ਤੇਰਾ ਅਵਸਰ ਹੈ ਗੋਬਿੰਦ ਨੂੰ ਮਿਲਣ ਦਾ। ਇਸ ਕਾਇਆ ਵਿੱਚ ਗੋਬਿੰਦ ਬੈਠਾ ਹੈ, ਇਸ ਕਾਇਆ ਅੰਦਰ ਜਗਜੀਵਨ ਦਾਤਾ ਵਸੈ। ਕਿਧਰੇ ਬਾਹਰ ਨਹੀਂ ਹੈ, ਸਵੈਮ ਵਿੱਚ ਹੀ ਹੈ, ਆਪਣੇ ਅੰਦਰ ਹੀ ਟਟੋਲਣਾ ਹੈ। ਸਤਿਗੁਰੂ ਜੀ ਐਸਾ ਵਕਤਵ ਦਿੰਦੇ ਨੇ, ਆਰੰਭ ਵਿੱਚ ਉਚਾਰਦੇ ਨੇ, ਜੋ ਸਾਰੇ ਮਹੀਨਿਆਂ ਦੇ ਪਾਠ ਨੂੰ ਉਚਾਰਨ ਤੋਂ ਪਹਿਲੇ ਮੂਲ ਮਕਸਦ ਹੈ ਉਸ ਦਾ ਜ਼ਿਕਰ ਕਰਦੇ ਨੇ। ਕਿਰਤ ਕਰਮ ਕੇ ਵਿਛੋੜੇ, ਕਰ ਕਿਰਪਾ ਮੇਲੋ ਰਾਮ। ਹੇ ਮੇਰੇ ਪ੍ਰਭੂ, ਹੇ ਮੇਰੇ ਰਾਮ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦਾ ਸਦਕਾ ਤੇਰੇ ਤੋਂ ਵਿਛੜ ਗਏ ਆ। ਐਸੇ ਕਰਮ ਕਰ ਲਏ ਨੇ ਜਿਹੜੇ ਤੇਰੇ ਔਰ ਸਾਡੇ ਦਰਮਿਆਨ ਦੂਰੀ ਪਾ ਗਏ ਨੇ। ਝੂਠ ਇੱਕ ਵਾਰ ਨਹੀਂ ਬੋਲਿਆ, ਅਨੰਤ ਵਾਰ ਬੋਲਿਆ, ਝੂਠ ਤੇ ਜੀਵਨ ਟਿਕਾ ਲਿਆ, ਜਿਸ ਕਰਕੇ ਪ੍ਰਭੂ ਦਾ ਸਾਖਸ਼ਾਤ ਨਹੀਂ ਹੋ ਰਿਹਾ। ਕ੍ਰੋਧ ਇੱਕ ਦਫਾ ਥੋੜ੍ਹਾ ਕੀਤਾ ਹੈ। ਅਗਰ 70 ਸਾਲ ਹੋ ਗਏ ਨੇ ਤੇ ਰੋਜ਼ ਕ੍ਰੋਧ ਦੀ ਯਾਤਰਾ ਕਰਦੇ ਆ ਰਹੇ ਆ, ਲੋਭ ਦੀ ਯਾਤਰਾ ਕਰਦੇ ਆ ਰਹੇ ਆ। ਐਸੇ ਕਰਮ ਕਰ ਰਹੇ ਆ ਜੋ ਕ੍ਰੋਧ ਵਸ ਨੇ, ਲੋਭ ਵਸ ਨੇ, ਹੰਕਾਰ ਵਸ ਨੇ, ਤ੍ਰਿਸ਼ਨਾ ਵਸ ਨੇ। ਇਹਨਾਂ ਕਰਮਾਂ ਕਰਕੇ ਕਰਤੇ ਤੋਂ ਦੂਰੀ ਪਈ ਜਾ ਰਹੀ ਹੈ। ਇਸ ਨੂੰ ਬਾਬਾ ਰਵਿਦਾਸ ਜੀ ਇੰਜ ਵੀ ਕਹਿੰਦੇ ਨੇ। ਉਹ ਕਹਿੰਦੇ ਨੇ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਹੇ ਮੇਰੇ ਰਾਮ, ਹੇ ਮੇਰੇ ਪ੍ਰਭੂ, ਇਹਨਾਂ 5 ਵਿਸ਼ਾ ਵਿਕਾਰਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਮੇਰੇ ਹਿਰਦੇ 'ਚ ਐਸਾ ਡੇਰਾ ਲਗਾਇਆ ਹੈ, ਪਲ ਪਲ ਕਰਕੇ ਤੇਰੇ ਔਰ ਮੇਰੇ ਦਰਮਿਆਨ ਇਹਨਾਂ ਨੇ ਦੂਰੀ ਪੈਦਾ ਕੀਤੀ ਹੈ। ਰੋਜ਼ ਰੋਜ਼ ਤੇਰੇ ਤੋਂ ਦੂਰ ਹੀ ਹੋਇਆ। ਇੱਕ ਦਿਨ ਗੁਜ਼ਰ ਜਾਂਦਾ ਹੈ, ਜਿੰਨੀਆਂ ਕਾਮਨਾਵਾਂ ਕੱਲ ਹੁੰਦੀਆਂ, ਇੱਕ ਨਵਾਂ ਦਿਨ ਜਦ ਪੈਦਾ ਹੁੰਦਾ, ਨਵੀਆਂ ਕਾਮਨਾਵਾਂ ਹੋਰ ਖੜੀਆਂ ਹੋ ਜਾਂਦੀਆਂ। ਕਾਮਨਾਵਾਂ ਦੀਆਂ ਦੀਵਾਰਾਂ ਕਰਤੇ ਤੋਂ ਦੂਰ ਕਰ ਰਹੀਆਂ ਨੇ। ਕ੍ਰੋਧ, ਲੋਭ, ਮੋਹ, ਹੰਕਾਰ ਵਸ ਕੀਤੇ ਕਰਮ ਸਭ ਮਨੁੱਖ ਨੂੰ ਦੂਰ ਕਰ ਰਹੇ ਨੇ। ਹਜ਼ੂਰ ਕਹਿੰਦੇ ਨੇ, ਹੇ ਮੇਰੇ ਰਾਮ, ਐਸੇ ਕਰਮ ਕਰ ਬੈਠੇ ਜਿਹੜੇ ਕਰਮਾਂ ਕਰਕੇ ਤੇਰੇ ਤੋਂ ਦੂਰੀ ਪੈ ਗਈ ਹੈ। ਸ਼ਾਇਦ ਮੈਂ ਕੱਲ ਵੀ ਅਰਜ਼ ਕੀਤੀ, ਅੱਜ ਵੀ ਦੁਹਰਾਵਾਂ,
परमात्मा नाल जिहड़ी साडी दूरी है वो कोई जिमनी नहीं है। ये परमात्मा इंडिया विच है, असीं इत्थे हैं ते जिमनी दूरी पै गई है, जिवें बाकी परिवार नाल दूरी पैंदी है। सतगुरु ते बड़ा खूबसूरत बयान करते ने, एका सेज बिशी धन कंता, धन सूती फिर सद जागंता। इक्को ही सेज ते परमात्मा है, इक्को ही सेज ते जीव है, सेज का कोई फर्क नहीं है। इस ही काया विच जीव है, इस ही काया विच ब्रह्म परमात्मा है, सेज इक्को ही है। फर्क सिर्फ एक जागरण का है। जीव सुता होया है, परमात्मा जागदा है, सतगुरु जागता है देव। जद जागरण हुंदा है, जागरण विच अहंकार गिरदा है, फिर जिहड़ा सदा ही जागदा सी परमात्मा उसका साक्षात हो जाता है। परमात्मा नाल दूरी जिहड़ी है वो सिमरती दी है, बेहोशी दी है। गुरु नानक देव महाराज जी जिहड़ा जागरण दे प्रति शब्द वरतदे ने ना, वो शब्द वरतदे ने सुरत। बार बार गुरबाणी च आउंदा है सुरत शब्द। कई बार असी देखते ना, बंदा थोड़ा जिहा बेहोश होवे, असी कहने इसनूं ते सुरत ही कोई नहीं है, भाव ये होश विच नहीं है। गौर नाल देखना अपने जीवन नूं टटोल के, साडी जिहड़ी जीवन दी हर क्रिया है, हर क्रिया विच असी बेहोश हाँ, सानूं सुरत कोई नहीं है। एक तजुर्बा कहना करके देखना, हुण तुसीं घर जाना ना, जदों शरीर ने सिख लिया घर का रस्ता अपने आप गड्डी का स्टेयरिंग मुड़ी जाता है, अपने आप रैड लाइट ग्रीन लाइट होंदी है, शरीर सिख गया, बिल्कुल आदि हो गए। अंदर विचारां दे तल ते बड़ी बड़ी बेहोशी, बंदा खोया किधरे होर है, शरीर आदि है, अंदर इन्नी बेहोशी है, शरीर ने सिख ली क्रिया, अपने आप घर दे गेट मुर गड्डी लग जाती है जाके। कदी गौर नाल देखना, जे किधरे घर असीं बदल लईए ना, कई बार शरीर की पुरानी आदत होंदी है, बंदा उस तरीके नाल पुराने घर नूं जा वड़दा है। बेहोशी है, खाण विच बेहोशी है। खाना मनुख दा होशपूर्ण थोड़ो है, हर क्रिया मनुख दी बेहोश है, सुरत विच नहीं है, होश विच नहीं है। ते सतगुरु कहंदे ने जरा होशपूर्ण तो देख, दुनियावी क्रियावां दे प्रति तो बेहोश है, ते ब्रह्म दी क्रिया प्रति ते महा बेहोशी है तेरे अंदर। देखो ना, जपजी साहब दा पाठ कदों आरंभ हुंदा है, जुबान ने सिख लिया है। जुबान बड़ी कुशल है, कठन तो कठन भी शब्द इसनूं सिखाओ सिख जाती है, कोई बड़ी गल नहीं है। बड़े बड़े ऐसे आचार्य होए ने जिन्हां दा कबीर साहब नाल बाह पिया, गुरु नानक साहब दा जोगियां नाल पिया। जुबान उन्हां दी इन्नी कुशल सी, एडे एडे औखे श्लोक पानी की तरह बोलते सन। जुबान तो कुशल है बड़ी, पर जुबान का सारा वक्त बेहोशी विच आउंदा है। तजुर्बा करना, कद जपजी साहब आरंभ हुंदा है, कद समाप्त हुंदा है, पूरा टाइम एक बेहोशी रहिंदी है। जुबान नहीं थिड़कती, जुबान नहीं फिसलती, कोई अक्षर कोई पंक्ति नहीं भुलती, जुबान दोहराई जा रही है। पता ही नहीं लगता कदों आ जाता है, नानक ते मुख उजले केती छुट्टी नाल। बड़ी बेहोशी चल रही है मनुख दे अंदर। सतगुरु कहते ने, परमात्मा दे नाल जिहड़ी तेरी दूरी है ना, ये सिमरती करके बेहोशी करके होश विच आ जा। तू बार बार वो कर्म कर रहे हैं जिहड़े कर्म बेहोशी तो पैदा हुंदे ने, ते बेहोशी चों पैदा होने वाले कर्म जिहड़े परमात्मा तो तेन दूर खड़नगे। सतगुरु ऐसा भी कहते ने, अन जानत बिखिया मैं रचै, जे जानत आपन आप बचै। बेहोश बंदा एक कुएं विच डिगदा है, होशपूर्ण व्यक्ति होवे कुएं विच ना डिगे। अध्यात्मकवादी ऐसा कहते ने, बंदा रोज क्रोध विच डिगदा है, बेहोशी है। होशपूर्ण व्यक्ति क्रोध विच नहीं जा पाएगा। देखो, जिहड़ी गलती मैं कल कीती, दुख पाया, अगर होश विच मनुख उसका भुगतान करे, द्वारा वो गलती कर पाएगा जीवन च? ये तो बार बार हो रही है। इसका मतलब है सब कुछ
ਗਲਤੀ ਵੀ ਬੇਹੋਸ਼ੀ ਵਿੱਚ ਹੋਈ, ਪਛਤਾਤਾਪ ਵੀ ਬੇਹੋਸ਼ੀ 'ਚ ਹੀ ਕੀਤਾ। ਗਲਤੀ ਬੇਹੋਸ਼ੀ 'ਚ, ਪਛਤਾਤਾਪ ਹੋਸ਼ ਵਿੱਚ ਕਰਦਾ, ਦੁਬਾਰਾ ਉਸ ਤਰਫ ਕਦਮ ਨਾ ਚੱਲਦੇ, ਪਰ ਜਾ ਰਹੇ ਨੇ। ਗਲਤੀਆਂ ਵੀ ਬੇਹੋਸ਼ੀ ਦਾ परिणाम ਹੈ, ਪਛਤਾਵਾ ਵੀ ਬੇਹੋਸ਼ੀ ਦਾ परिणाम ਹੈ। ਰਿਜ਼ਲਟ ਬਿਲਕੁਲ ਜ਼ੀਰੋ ਆ ਰਹੇ। ਬੰਦਾ ਲੋਭ ਵਸ ਹੋ ਕੇ ਠੱਗੀਆਂ ਮਾਰਦਾ, ਬੇਹੋਸ਼ੀ ਵਿੱਚ ਕਰ ਰਿਹਾ। ਹੋਸ਼ ਪੂਰਨ ਹੋਵੇ ਤੇ ਠੱਗੀ ਕਰ ਪਾਏ? ਕਦੀ ਵੀ ਨਾ ਕਰ ਪਾਏ। ਹੋਸ਼ ਵਿੱਚ ਕਦੀ ਕਿਸੇ ਦਾ ਬੁਰਾ ਵਿਅਕਤੀ ਕਰ ਹੀ ਨਹੀਂ ਪਾਉਂਦਾ, ਬੇਹੋਸ਼ੀ ਵਿੱਚ ਨਿਕਲਦਾ ਸਭ। ਔਰ ਪ੍ਰੇਮ ਨਾਲ ਸੁਣਨਾ, ਜਿਹੜੇ ਕਰਮ ਬੰਦਾ ਬਾਰ-ਬਾਰ ਕਰਦਾ ਜਾਏ, ਫਿਰ ਉਹ ਕਰਮ ਮਨੁੱਖ ਦੀ ਆਦਤ ਬਣ ਜਾਂਦੇ ਨੇ, ਫਿਰ ਉਹ ਜੀਵਨ ਦੇ ਨਾਲ ਹੀ ਚੱਲਦੇ ਨੇ। ਉਹ ਫਿਰ ਸਰੀਰ ਛੁੱਟ ਵੀ ਜਾਵੇ, ਸੰਸਕਾਰ ਬਣ ਕੇ ਬੀਜ ਰੂਪ ਹੋ ਕੇ ਚਲੇ ਜਾਂਦੇ ਨੇ। ਮੌਤ ਕੀ ਹੈ? ਮੌਤ ਇੱਕ ਬੀਜ ਹੈ ਅਗਲੇ ਜਨਮ ਦਾ, ਜੋ ਜੀਵਨ ਭਰ ਕੀਤਾ ਹੁੰਦਾ। ਮ੍ਰਿਤਿੂ ਦੇ ਛਣ ਵਿੱਚ ਸਾਰੇ ਸੰਸਕਾਰ ਬੀਜ ਰੂਪ ਹੋ ਜਾਂਦੇ ਨੇ। ਉਹ ਫਿਰ ਪੁਨਰ ਜਨਮ ਦੀ ਦਾਸਤਾਂ ਫਿਰ ਘਟਿਤ ਹੁੰਦੀ ਹੈ। ਬਹੁਤ ਸਾਰੇ ਐਸੇ ਤਬਕੇ ਨੇ ਜੋ ਪੁਨਰ ਜਨਮ ਨੂੰ ਨਹੀਂ ਮੰਨਦੇ। ਔਰ ਮੈਂ ਕਹਿੰਦਾ, ਆਪਣੇ ਅੰਦਰ ਡੁੱਬੋ, ਉਤਰੋ। ਹਰ ਇੱਕ ਸਵਾਲ ਦਾ ਜਵਾਬ ਅੰਦਰ ਮੌਜੂਦ ਹੈ। ਨਾ ਤੇ ਕਿਸੇ ਦੀ ਗੱਲ ਸੁਣ ਕੇ ਪੁਨਰ ਜਨਮ ਮੰਨੋ, ਨਾ ਕਿਸੇ ਦੀ ਗੱਲ ਸੁਣ ਕੇ ਪੁਨਰ ਜਨਮ ਤੋਂ ਇਨਕਾਰੀ ਹੋਵੋ। ਆਪੋ ਤੇ ਕੁਝ ਸੰਘਰਸ਼ ਕਰੋ ਜੀਵਨ 'ਚ, ਸਵੈਮ ਤੇ ਕੁਝ ਟਟੋਲੋ। ਤੁਸੀਂ ਦੇਖਿਆ ਹੋਣਾ, ਕਈ ਬੱਚੇ ਜਨਮ ਤੋਂ ਹੀ ਕ੍ਰੋਧੀ ਹੁੰਦੇ ਨੇ। ਐਸਾ ਕਿਉਂ ਹੈ? ਹੋਰ ਵੀ ਹੈਰਾਨਕੁਨ ਕਰਨ ਵਾਲੀਆਂ ਬਾਤਾਂ ਨੇ। ਕਈ ਬੱਚੇ ਮਾਂ ਦੇ ਗਰਭ ਵਿੱਚ ਵੀ ਇਤਨੇ ਕ੍ਰੋਧੀ ਹੁੰਦੇ ਨੇ, ਮਾਂ ਦੇ ਗਰਭ ਵਿੱਚ ਵੀ ਉਹਨਾਂ ਦੇ ਸਰੀਰ ਦੀਆਂ ਲੱਤਾਂ ਮਾਂ ਦੇ ਗਰਭ 'ਚ ਵੱਜਦੀਆਂ ਰਹਿੰਦੀਆਂ ਨੇ। ਵਿਗਿਆਨ ਨੇ ਵੀ ਇਹ ਗੱਲ ਸਾਬਤ ਕਰ ਦਿੱਤੀ ਹੈ ਹੁਣ ਤੋਂ। ਬੱਚਾ ਇੰਨਾ ਹਿੰਸਕ ਹੈ, ਮਾਂ ਦੇ ਗਰਭ ਵਿੱਚ ਵੀ ਉਸਦੀ ਹਿੰਸਾ ਪ੍ਰਗਟ ਹੋ ਰਹੀ ਹੈ। ਕਿੱਥੋਂ ਆਇਆ ਹੈ ਬੀਜ? ਕਿਧਰੇ ਨਾ ਕਿਧਰੇ ਪਿਛਲੀ ਯਾਤਰਾ ਤੋਂ ਆਇਆ ਹੈ। ਟੈਲੀਵਿਜ਼ਨ ਤੇ ਕਈ ਦਫਾ ਸੰਗੀਤ ਦੇ ਪ੍ਰੋਗਰਾਮ ਚੱਲਦੇ ਨੇ। ਬੱਚੇ ਦੀ ਉਮਰ 7 ਸਾਲ ਹੈ ਤੇ ਸੰਗੀਤ ਦੀ ਦੁਨੀਆ ਦੇ ਵਿੱਚ ਸੰਗੀਤ ਨੂੰ ਉੱਥੇ ਛੋੜਿਆ ਜਿੱਥੇ ਕੋਈ 70 ਸਾਲ ਦਾ ਵੀ ਬਜ਼ੁਰਗ ਨਹੀਂ ਪਹੁੰਚ ਪਾਉਂਦਾ। ਕਿੱਥੋਂ ਆਇਆ ਸੰਗੀਤ ਐਸਾ? 70 ਸਾਲ ਤੱਕ ਸੰਗੀਤ ਨੂੰ ਕਿਧਰੇ ਪਿੱਛੇ ਸਾਧਿਆ, ਸਰੀਰ ਛੁੱਟ ਗਿਆ। ਹੁਣ ਪੁਨਰ ਜਨਮ ਹੋਇਆ, ਜਿੱਥੋਂ ਦਾਸਤਾਂ ਖਤਮ ਹੋਈ ਉੱਥੋਂ ਆਰੰਭ ਹੋ ਗਈ। ਉੱਥੋਂ ਦਾਸਤਾਂ ਆਰੰਭ ਹੋ ਜਾਂਦੀ ਹੈ। ਕਰਮ ਬਾਰ-ਬਾਰ ਰਿਪੀਟ ਹੁੰਦੇ ਰਹਿਣ, ਆਦਤ ਬਣ ਜਾਂਦੇ ਨੇ। ਬਾਰ-ਬਾਰ ਆਦਤ ਰਿਪੀਟ ਹੁੰਦੀ ਰਹੇ, ਸੰਸਕਾਰ ਬਣ ਜਾਂਦੇ ਨੇ। ਸੰਸਕਾਰਾਂ ਤੋਂ ਖਹਿੜਾ ਛੁਡਾਉਣਾ ਬੜਾ ਔਖਾ ਹੈ। ਕਈ ਲੋਕ ਬੰਦਿਆਂ ਦਾ ਕਤਲ ਕਰਦੇ ਨੇ, ਪੈਸੇ ਲੈ ਕੇ, ਸੁਪਾਰੀ ਲੈ ਕੇ ਕਤਲ ਕਰ ਦੇਣਾ। ਬੰਬੇ ਵਿੱਚ ਤੋਂ ਆਮ ਇਹ ਦਾਸਤ ਹੈ। ਪਹਿਲੀ ਦਫਾ ਬੰਦਾ ਮਾਰਨਾ ਕੁਝ ਹੋਰ ਗੱਲ ਹੁੰਦੀ ਹੈ। ਜਦ ਬਾਰ-ਬਾਰ ਇਹ ਕਰਮ 5-7 ਵਾਰ ਬੰਦਾ ਕਰ ਲੈਣ ਨਾ, ਫਿਰ ਕੋਈ ਮੁਸ਼ਕਲ ਨਹੀਂ, ਆਦਤ ਬਣ ਗਈ। ਫਿਰ ਤੇ ਜਿਵੇਂ ਕੀੜੀਆਂ ਕਾਢੇ ਮਾਰਨ ਵਾਲੀ ਗੱਲ ਹੈ। ਜਿਹੜੇ ਜਹਾਦ ਦੇ ਨਾਂ ਤੇ ਬੰਦਿਆਂ ਦਾ ਕਤਲ ਕਰੀ ਜਾ ਰਹੇ ਨੇ, ਤੁਹਾਡਾ ਕੀ ਖਿਆਲ ਹੈ ਇਹਨਾਂ ਦੇ ਹਿਰਦੇ 'ਚ ਕੋਈ ਦਇਆ ਪੈਦਾ ਹੁੰਦੀ ਹੋਵੇਗੀ? ਸਾਹਮਣੇ ਬੰਦਾ ਬਿਲਕ ਰਿਹਾ, ਤੜਪ ਰਿਹਾ, ਜੀਵਨ ਦੀ ਭਿਕਸ਼ਾ ਮੰਗ ਰਿਹਾ ਤੇ ਅੱਲਾ ਦੇ ਨਾਂ ਤੇ ਉਸ ਦਾ ਕਤਲ ਕਰ ਦਿੱਤਾ ਜਾਂਦਾ। ਕੀ ਇਹ ਧਰਮ ਹੈ ਕੋਈ? ਐਸੇ ਬੰਦੇ ਦੇ ਅੰਦਰ ਬਾਰ-ਬਾਰ ਉਹ ਕਰਮ ਕਰਕੇ ਸੰਸਕਾਰ ਬਣ ਗਿਆ, ਹੁਣ ਇਹ ਛੁੱਟ ਹੀ ਨਹੀਂ ਪਾਉਂਦਾ, ਇਸ ਲਈ ਹੁਣ ਧਰਮ ਕਰਮੀ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਐਸੇ ਕਰਮ ਨਾ ਕਰ, ਜਿਹੜੇ ਕਰਮ ਰੋਜ਼-ਰੋਜ਼ ਪਰਮਾਤਮਾ ਤੋਂ ਤੈਨੂੰ ਦੂਰ ਕਰਨ। ਉਹਨਾਂ ਕਰਮਾਂ ਤੋਂ ਤੋਬਾ ਕਰ ਲੈ ਜਿਨ੍ਹਾਂ ਕਰਮਾਂ ਕਰਕੇ ਪ੍ਰਭੂ ਨਾਲ ਦੂਰੀ ਪੈ ਗਈ ਹੈ। ਫਿਰ ਕੀ ਕਰੇ? ਦੇਖੋ, ਅਸੀਂ ਇਸ ਹਾਲ ਵਿੱਚ ਆਏ ਹਾਂ ਨਾ, ਜਿਸ ਰਸਤੇ ਤੋਂ ਹਾਲ ਵਿੱਚ ਆਏ ਹਾਂ, ਵਾਪਸ ਜਾਣ ਦਾ ਵੀ ਰਸਤਾ ਉਹ ਹੀ ਹੈ। ਜਿਨ੍ਹਾਂ ਕਰਮਾਂ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੋਏ ਹਾਂ, ਵਾਪਸ ਜਾਣ ਵਿੱਚ ਕੀ ਹੋਏਗਾ? ਜਿਸ ਤਰਫ ਤੋਂ ਆਉਣ ਵੇਲੇ ਪਿੱਠ ਸੀ, ਵਾਪਸ ਜਾਣ ਵੇਲੇ ਉਸ ਤਰਫ ਮੂੰਹ ਕਰਨਾ ਪੈਂਦਾ ਹੈ। ਜਿਨ੍ਹਾਂ ਕਰਮਾਂ ਕਰਕੇ ਪਰਮਾਤਮਾ ਤੋਂ ਦੂਰੀ ਪਈ ਹੈ, ਉਹਨਾਂ ਕਰਮਾਂ ਦੀ ਤਰਫ ਪਿੱਠ ਹੋਵੇ, ਉਸ ਤੋਂ ਜਿਹੜੇ ਵਿਪਰੀਤ ਕਰਮ ਨੇ ਉਸ ਤਰਫ ਮੁਖ ਹੋ ਜਾਏ।
क्रोध की तरफों चेतना अट के प्रेम की तरफ निकल जाए, लोभ की तरफों चेतना पिठ कर ले, संतोख की तरफ मुखड़ा कर ले, नफरत की तरफ तो घृणा की तरफ तो चेतना मुख मोड़ ले ते दया खिमा की तरफ मुखड़ा कर ले, परमात्मा की तरफ यात्रा आरंभ हो जाएगी। सतगुरु कहते हैं, हे प्रभु कीते हुए कर्मा करके तेरे तो बिछड़ गए, कर कृपा मेलो राम। दया कर, कृपा कर, अपने आप विच मिला लै। चार कुंट दह दिस भ्रमे थक आए प्रभ की शाम। चारे दिशावां भटक भटक के हे प्रभु हुण तेरी शरण विच आए हैं, थक गए हैं। मैं चारे कुंडा भालियां तुद जेवड़ ना साइयां। हे साईं चारे दिशावां विच भटक भटक के देख लिए, तेरे तो बिना होर दूजा है ही कोई नहीं, थक गए हैं, हुण तेरा ही आसरा है। सतगुरु साढ़े जीवां दी हालात बयान करते ने पर अपने आप ते लैके उदाहरण की दिंदे ने, धेन दुधै ते बाहरी किते ना आवे काम। ਜਿਹੜੀ ਗਊ ਦੁੱਧ ਨਾ ਦਿੰਦੀ ਹੋਵੇ ਉਹ ਕਿਸੇ ਕੰਮ ਨਹੀਂ ਆਉਂਦੀ। ਤੁਸੀਂ ਦੇਖਦੇ ਹੋ ਪੰਜਾਬ ਵਿੱਚ ਜਿਹੜੀਆਂ ਗਊਆਂ ਦੁੱਧ ਦੇਣ ਦੇ ਕਾਬਲ ਨਹੀਂ ਰਹਿੰਦੀਆਂ, ਉਹਨਾਂ ਨੂੰ ਕਿਵੇਂ ਘਰੋਂ ਕੱਢ ਦਿੱਤਾ ਜਾਂਦਾ ਹੈ। ਇੱਕ ਜ਼ਿਮੀਂਦਾਰ ਡੰਡੇ ਮਾਰਦਾ ਦੂਜੇ ਖੇਤ ਵਿੱਚ, ਦੂਜਾ ਤੀਜੇ ਖੇਤ ਵਿੱਚ। ਸਤਿਗੁਰੂ ਕਹਿੰਦੇ ਨੇ, ਅਗਰ ਗਊ ਦੁੱਧ ਦੇ ਕਾਬਲ ਨਹੀਂ ਰਹੀ ਕਿਸੇ ਕੰਮ ਨਹੀਂ ਆਉਂਦੀ। ਜਲ ਬਿਨ ਸ਼ਾਖ ਕੋ ਮਲਾਵਤੀ ਉਪਜੈ ਨਾਹੀ ਦਾਮ। ਪਾਣੀ ਤੋਂ ਬਿਨਾ ਖੇਤੀ ਜਿਹੜੀ ਹੈ ਕੁਮਲਾ ਜਾਂਦੀ ਹੈ, ਸ਼ਾਖਾ ਕੁਮਲਾ ਜਾਂਦੀ ਹੈ ਤੇ ਉਪਜੈ ਨਾਹੀ ਦਾਮ, ਢੰਗ ਦੀ ਫਸਲ ਪੈਦਾ ਹੀ ਨਹੀਂ ਹੁੰਦੀ। ਫਸਲ ਨੂੰ ਬੀਜ ਲੱਗਦੇ ਹੀ ਨਹੀਂ, ਸੋਕੇ ਦੀ ਮਾਰੀ ਗਈ ਹੈ ਫਸਲ। ਹਰ ਨਾਹਾ ਨਾ ਮਿਲੀਏ ਸਾਜਨੈ, ਕਤ ਪਾਈਏ ਵਿਸ਼ਰਾਮ। ਹਜ਼ੂਰ ਕਹਿੰਦੇ ਨੇ, ਹੇ ਪ੍ਰਭੂ, ਹੇ ਸਾਜਨ, ਜਦ ਤੱਕ ਤੂੰ ਨਹੀਂ ਮਿਲਦਾ, ਤੇਰੀ ਪ੍ਰਾਪਤੀ ਨਹੀਂ ਹੁੰਦੀ ਤੇ ਸਾਡੇ ਭਟਕਦੇ ਮਨ ਨੂੰ ਵਿਸ਼ਰਾਮ ਕਿੱਥੇ ਮਿਲੇ। ਤੇਰਾ ਮਿਲਣਾ ਹੀ ਮਨ ਦਾ ਵਿਸ਼ਰਾਮ ਹੈ। ਸੁਖਮਨੀ ਸਾਹਿਬ ਜੀ ਦੀ 24 ਅਸ਼ਟਪਦੀਆਂ ਦੀ ਇਹ ਲਮੇਰੀ ਬਾਣੀ ਸਤਿਗੁਰੂ ਉਚਾਰਨ ਕਰਦੇ ਨੇ। ਸਮੁੱਚੀ ਬਾਣੀ ਦਾ ਨਿਚੋੜ ਸਿਰਫ 2 ਪੰਕਤੀਆਂ 'ਚ ਉਚਾਰਦੇ ਨੇ। ਸੁਖਮਨੀ ਸਾਹਿਬ ਪੂਰੇ ਵਿੱਚ ਰਹਾਉ ਦੀਆਂ ਸਿਰਫ 2 ਹੀ ਪੰਕਤੀਆਂ ਨੇ, ਪੂਰਨ ਨਿਚੋੜ ਹੈ। ਪਤਾ ਕੀ ਕਹਿੰਦੇ ਨੇ ਸਤਿਗੁਰੂ? ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ। ਭਗਤ ਦੇ ਮਨ ਨੂੰ ਵਿਸ਼ਰਾਮ ਆ ਗਿਆ, ਸੁੱਖਾਂ ਦੀ ਮਣੀ ਪਰਮਾਤਮਾ ਆਨੰਦ ਤੋਂ ਮਿਲ ਗਏ। ਮਨ ਵਿਸ਼ਰਾਮ ਵਿੱਚ ਨਹੀਂ, ਮਨ ਭਟਕਾਓ ਵਿੱਚ ਹੈ। ਮਨ ਹਰ ਵਕਤ ਭਟਕ ਰਿਹਾ ਹੈ। ਮਨ ਨੂੰ ਹਰ ਵਕਤ ਕੋਈ ਨਾ ਕੋਈ ਵਿਚਾਰ ਘੇਰੀ ਰੱਖਦੇ ਨੇ। ਜਦ ਮਨ ਨੂੰ ਵਿਸ਼ਰਾਮ ਆ ਜਾਏ, ਮਨ ਟਿਕ ਜਾਏ। ਕਹਿੰਦੇ ਨੇ ਸਿਕੰਦਰ ਦਾ ਇੱਕ ਮਹਾਨ ਫਕੀਰ ਡਾਇਓਜਨੀਜ਼ ਨਾਲ ਮਿਲਣ ਹੋਇਆ ਤੇ ਜਿਹੜਾ ਡਾਇਓਨੀਜ਼ ਫਕੀਰ ਸੀ ਬੜਾ ਅਲਮਸਤ ਫਕੀਰ ਸੀ। ਯੂਨਾਨ ਦੇ ਵਿੱਚ ਇਸ ਦਾ ਚੰਗਾ ਨਾਂ ਰਿਹਾ, ਸੂਫੀਅਤ ਵਿੱਚ। ਸਿਕੰਦਰ ਨੂੰ ਇਸ ਨੂੰ ਦੇਖ ਕੇ ਨਫ਼ਰਤ ਪੈਦਾ ਹੋ ਗਈ ਸੀ। ਸਿਕੰਦਰ ਨੇ ਕਿਹਾ ਸੀ, ਇਹ ਫਕੀਰ ਭਾਵੇਂ ਤੇਰੇ ਕੋਲ ਕੁਛ ਨਹੀਂ, ਮੈਂ ਬਾਦਸ਼ਾਹ ਹਾਂ, ਪਰ ਪਤਾ ਨਹੀਂ ਮੇਰਾ ਅੰਦਰ ਕਿਉਂ ਕਹਿੰਦਾ ਮੈਂ ਤੇਰੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਸ ਦਾ ਕਾਰਨ ਕੀ ਹੈ? ਉਸ ਫਕੀਰ ਨੇ ਜਵਾਬ ਦਿੱਤਾ ਸੀ, ਹੇ ਸਿਕੰਦਰ, ਇਸ ਦਾ ਕਾਰਨ ਇਹ ਹੈ ਤੇਰੇ ਅੰਦਰ ਭਟਕਾਓ ਹੈ, ਤੂਫਾਨ ਹੈ, ਮੇਰੇ ਅੰਦਰ ਵਿਸ਼ਰਾਮ ਹੈ, ਮੇਰੇ ਅੰਦਰ ਸन्नाटा ਹੈ, ਮੇਰੇ ਪਾਸ ਸ਼ਾਂਤੀ ਹੈ। ਤੂੰ ਤੂਫਾਨ ਵਿੱਚੋਂ ਸ਼ਾਂਤੀ ਲੱਭਣੀ ਚਾਹ ਰਿਹਾ, ਤੈਨੂੰ ਕੌਣ ਦੱਸੇ? ਤੂਫਾਨ ਵਿੱਚ ਤੇ ਤੂਫਾਨ ਹੀ ਹੈ, ਸ਼ਾਂਤੀ ਲੱਭਣੀ ਹੈ ਤੇ ਤੂਫਾਨ ਤੋਂ ਇੱਕ ਪਾਸੇ ਆ ਜਾ, ਤੂੰ ਬਾਹਰ ਆ ਜਾ, ਸਭ ਭਟਕਣਾ ਛੱਡ ਦੇ। ਸਿਕੰਦਰ ਨੇ ਤੁਰਨ ਲੱਗੇ ਨੇ ਕਿਹਾ ਸੀ, ਅਗਰ ਖੁਦਾ ਨੇ ਮੈਨੂੰ ਦੁਆਰਾ ਪੁੱਛਿਆ ਨਾ ਵੀ ਮੈਂ ਤੈਨੂੰ ਕੀ ਬਣਾਵਾਂ, ਜ਼ਮੀਨ ਤੇ ਭੇਜਣਾ ਤੈਨੂੰ, ਤੇ ਮੈਂ ਖੁਦਾ ਨੂੰ ਕਵਾਂਗਾ, ਹੇ ਖੁਦਾ, ਮੈਨੂੰ ਬਾਦਸ਼ਾਹ ਨਾ ਬਣਾਈ, ਇੱਕ ਫਕੀਰ ਬਣਾ ਦੇਈ। ਤੇ ਇਸ ਫਕੀਰ ਨੇ ਕਿਹਾ ਸੀ, ਅਗਲੇ ਜਨਮ ਤੇ ਕਿਉਂ ਗੱਲ ਛੱਡਦਾ, ਮੇਰੇ ਨਾਲ ਇੱਥੇ ਲੇਟ, ਹੁਣੇ ਮੈਨੂੰ ਕੁਛ ਟਾਈਮ ਦੇ, ਮੈਂ ਰਦਾਵੇ ਨਾਲ ਕਹਿੰਦਾ ਹੁਣੇ ਬਾਦਸ਼ਾਹ ਮਰ ਜਾਏਗਾ ਤੇ ਫਕੀਰ ਦਾ ਜਨਮ ਹੋ ਜਾਏਗਾ, ਤੂੰ ਰੁਕ ਤੋ ਸਹੀ।
ਤੂਫਾਨ ਤੋਂ ਬਾਹਰ ਤੋਂ ਵਾ, ਪਰ ਸਿਕੰਦਰ ਤੂਫਾਨ ਵਿੱਚ ਇਤਨਾ ਗਰਦਿਸ਼ ਵਿੱਚ ਮੰਡਲਾ ਰਹੀ ਸੀ, ਚੇਤਨਾ ਰੁਕ ਨਾ ਪਾਇਆ। ਤੇ ਫਕੀਰ ਨੇ ਕਿਹਾ ਸੀ, ਜਾ ਇੱਕ ਗੱਲ ਯਾਦ ਰੱਖੀ, ਤੂਫਾਨ ਵਿੱਚ ਕਦੀ ਵਿਸ਼ਰਾਮ ਨਹੀਂ ਹੁੰਦਾ। ਉਹੀ ਬਾਤ ਹੋਈ, ਸਾਰੀ ਜ਼ਿੰਦਗੀ ਵਿਸ਼ਰਾਮ ਲੱਭਦਾ ਰਿਹਾ, ਮੌਤ ਇਸ ਨੂੰ ਤੂਫਾਨ ਵਿੱਚ ਹੀ ਆਈ, ਭਟਕਾਓ ਵਿੱਚ ਹੀ ਆਈ ਹੈ। ਸਤਿਗੁਰੂ ਕਹਿੰਦੇ ਨੇ, ਹੇ ਹਰੀ, ਤੇਰੇ ਮਿਲਣ ਤੋਂ ਬਿਨਾਂ ਭਲਾ ਅੰਦਰ ਵਿਸ਼ਰਾਮ ਕਿਵੇਂ ਆਵੇ। ਹੇ ਤੂੰ ਮਿਲ, ਤੇਰੀ ਆਮਦ ਹੀ ਹੇ ਹਰੀ ਹਿਰਦੇ ਨੂੰ ਸਥਿਰ ਕਰ ਦਿੰਦੀ ਹੈ। ਜਿਤ ਘਰ ਹਰ ਕੰਤ ਨ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸਤਿਗੁਰੂ ਕਹਿੰਦੇ ਨੇ, ਜਿਸ ਹਿਰਦੇ ਘਰ ਵਿੱਚ ਕੰਤ ਪਰਮਾਤਮਾ ਪ੍ਰਗਟ ਨਹੀਂ ਹੁੰਦਾ, ਉੱਥੇ ਭਾਵੇਂ ਨਗਰ ਵਸਦੇ ਵੀ ਹੋਵਣ, ਪਿੰਡ ਵਸਦੇ ਵੀ ਹੋਵਣ, ਉਸ ਵਿਅਕਤੀ ਲਈ ਤੇ ਉਹ ਸਭ ਉਜਾੜ ਹੀ ਹੈ। ਜਿਸ ਹਿਰਦੇ ਵਿੱਚ ਪਰਮਾਤਮਾ ਦਾ ਵਾਸ ਹੈ, ਐਸਾ ਵਿਅਕਤੀ ਭਾਵੇਂ ਉਜਾੜ ਵਿੱਚ ਵੀ ਹੋਵੇ, ਉਸ ਲਈ ਸਦੀਵੀ ਵਸੇਰਾ ਹੈ। ਇੱਕ ਸੂਫੀ ਸੰਤ ਨੂੰ ਖੁਦਾ ਨੇ ਕਿਹਾ, ਮੇਰਾ ਚਿੱਤ ਕਰਦਾ ਮੈਂ ਤੈਨੂੰ ਨਰਕ ਵਿੱਚ ਭੇਜ ਦਿਆਂ। ਇਹ ਸੂਫੀ ਸੰਤ ਮੁਸਕਰਾ ਪਿਆ, ਕਹਿਣ ਲੱਗਾ, ਖੁਦਾ, ਜੋ ਅਸੀਂ ਜਾਣਿਆ ਸਾਡੀ ਜ਼ਿੰਦਗੀ 'ਚ ਨਰਕ ਸਮਾਪਤੀ ਹੋ ਗਿਆ, ਦੋਜ਼ਖ ਸਮਾਪਤ ਹੋ ਗਿਆ। ਖੁਦਾ ਕਹਿਣ ਲੱਗਾ, ਉਹ ਕਿਵੇਂ? ਇਹ ਸੂਫੀ ਫਕੀਰ ਕਹਿਣ ਲੱਗਾ, ਅੱਲਾ, ਤੂੰ ਕਿਧਰੇ ਵੀ ਭੇਜੇਗਾ, ਤੇਰੀ ਯਾਦ ਤੇ ਮੇਰੇ ਨਾਲ ਹੀ ਚੱਲੇਗੀ। ਜਿੱਥੇ ਤੇਰੀ ਯਾਦ ਹੈ, ਉਹ ਨਰਕ ਨਰਕ ਹੋ ਹੀ ਨਹੀਂ ਸਕਦਾ। ਨਰਕ ਉੱਥੇ ਹੀ ਹੈ ਜਿੱਥੇ ਤੇਰੀ ਯਾਦ ਨਹੀਂ ਹੈ। ਸਾਡੇ ਜੀਵਨ ਦੀ ਯਾਤਰਾ ਸਾਰੀ ਨਰਕ ਹੈ, ਕਾਰਨ ਪਰਮਾਤਮਾ ਯਾਦ ਨਹੀਂ ਹੈ। ਇਸ ਲਈ ਕਹਿੰਦੇ ਨੇ, ਭਗਤ ਨੂੰ ਦੋਜ਼ਖ ਵਿੱਚ ਸੁੱਟਣ ਦਾ ਕੋਈ ਉਪਾਅ ਨਹੀਂ ਹੈ। ਉਸ ਦਾ ਬੈਕੁੰਠ, ਉਸ ਦਾ ਸੱਚਖੰਡ ਤੇ ਉਸ ਦੇ ਅੰਦਰ ਹੈ, ਨਾਲ ਹੀ ਚੱਲਦਾ ਹੈ। ਜਿੱਥੇ ਜਾਂਦਾ ਬੈਕੁੰਠ ਉਸ ਦੇ ਨਾਲ ਹੀ ਹੈ। ਸਤਿਗੁਰੂ ਕਹਿੰਦੇ ਨੇ, ਸਰਬ ਸਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਇਹ ਸਰੀਰ ਦੇ ਜਿਹੜੇ ਰਸ ਨੇ, ਸਰੀਰ ਦੇ ਕੋਈ ਔਰਤ ਸ਼ਿੰਗਾਰ ਕਰ ਲੈ। ਪੁਰਾਣਾ ਜ਼ਮਾਨਾ ਸੀ, ਇੱਕ ਬਹੁਤ ਵੱਡਾ ਇੱਕ ਮਾਇਆਪਤੀ ਜਾਂ ਪੂੰਜੀਵਾਦੀਆਂ ਦਾ ਇੱਕ ਬੜਾ ਵੱਡਾ ਉਪਰਾਲਾ ਹੁੰਦਾ ਸੀ। ਇੱਕ ਸ਼ੌਕ ਹੁੰਦਾ ਸੀ ਪਾਨ ਦੇ ਬੀੜੇ ਖਾਣੇ। ਉਸ ਦਾ ਜ਼ਿਕਰ ਕਰਦੇ ਨੇ ਸਤਿਗੁਰੂ, ਕੋਈ ਸਰੀਰ ਤੇ ਚੰਗਾ ਸ਼ਿੰਗਾਰ ਵੀ ਕਰ ਲੈ ਤੇ ਪਾਨਾਂ ਦੇ ਤੰਬੋਲੇ ਬੀੜੇ ਵੀ ਖਾਣ ਲੱਗ ਪਏ। ਤੇ ਸਤਿਗੁਰੂ ਕਹਿੰਦੇ ਨੇ, ਸਾਰੇ ਰਸ ਵੀ ਪ੍ਰਾਪਤ ਹੋਵਣ ਸਰੀਰ ਤੇ, ਪਰ ਸਤਿਗੁਰੂ ਕਹਿੰਦੇ ਨੇ, ਜੇਕਰ ਤੇਰੀ ਯਾਦ ਮੌਜੂਦ ਨਹੀਂ, ਸਣ ਦੇ ਹੀ ਸਭ ਖਾਮ। ਸਭ ਸਰੀਰ ਨੂੰ ਖਾਣ ਨੂੰ ਪੈਂਦੇ ਨੇ। ਕਿਹਨੂੰ ਖਾਣ ਨੂੰ ਪੈਂਦੇ ਨੇ? ਜਿਹਦੀ ਤਾਂਗ ਪਰਮਾਤਮਾ ਹੈ। ਸੰਸਾਰੀ ਤੇ ਬਸ ਸਰੀਰ ਦੇ ਇਰਦ ਗਿਰਦ ਹੀ ਰਹਿੰਦਾ ਹੈ। ਹੇ ਪ੍ਰਭੂ, ਤੂੰ ਨਹੀਂ ਮਿਲਦਾ, ਇਹ ਸਭ ਸ਼ਿੰਗਾਰ ਮੇਰੇ ਲਈ ਵਿਅਰਥ ਨੇ। ਤੂੰ ਮਿਲੇ ਤਾਂ ਹੀ ਸਾਰਥਕ ਨੇ। ਪ੍ਰਭ ਸੁਆਮੀ ਕੰਤ ਬਿਹੋਣੀਆਂ, ਮੀਤ ਸੱਜਣ ਸਭ ਜਾਮ। ਸਤਿਗੁਰੂ ਕਹਿੰਦੇ ਨੇ, ਹੇ ਪ੍ਰਭੂ, ਤੇਰੇ ਤੋਂ ਬਿਨਾਂ ਮੈਨੂੰ ਆਪਣਾ ਆਪ ਅਧੂਰਾ ਲੱਗਦਾ ਹੈ। ਭਾਵੇਂ ਸੱਜਣ ਮੀਤ ਨੇ, ਭਾਵੇਂ ਹੋਰ ਮਿੱਤਰ ਇਰਦ ਗਿਰਦ ਨੇ, ਪਰ ਹੇ ਪ੍ਰਭੂ, ਸਭ ਤੇਰੇ ਤੋਂ ਬਿਨਾਂ ਬੈਰਾਈ ਲੱਗਦੇ ਨੇ, ਜਾਮੀ ਲੱਗਦੇ ਨੇ। ਤੂੰ ਮਿਲੇ ਸਭ ਸਾਰਥਕ ਹੈ। ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ। ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਕਿਰਪਾ ਕਰਕੇ ਆਪਣਾ ਨਾਮ ਧਨ ਦੇ ਕੇ ਨਿਵਾਜਣਾ ਕਰੋ। ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। हे ਸੁਆਮੀ, ਕਿਰਪਾ ਕਰਕੇ ਮੈਨੂੰ ਆਪਣਾ ਟਿਕਾਣਾ ਬਖਸ਼ਿਸ਼ ਕਰੋ, ਆਪਣਾ ਮੇਲ ਬਖਸ਼ਿਸ਼ ਕਰੋ। ਜਿਸ ਕਾ ਨਿਹਚਲ ਧਾਮ, ਜਿਸ ਪਰਮਾਤਮਾ ਦਾ ਗ੍ਰਾਮ, ਜਿਸ ਪਰਮਾਤਮਾ ਦਾ ਟਿਕਾਣਾ ਸਦਾ ਨਿਹਚਲ ਹੈ, ਅਚੰਚਲ ਨਹੀਂ ਹੈ, ਨਿਹਚਲ ਹੈ, ਟਿਕਿਆ ਹੋਇਆ ਹੈ, ਜਿਸ ਵਿੱਚ ਪੂਰਨ ਥਿਰਤਾ ਹੈ। ਇਹ ਆਰੰਭਤਾ 12 ਮਹੀਨਿਆਂ ਦੇ ਪਾਠ ਤੋਂ ਪਹਿਲੇ ਸਤਿਗੁਰੂ ਜੀ ਇਸ ਵਿੱਚ ਮੂਲ ਸਾਰ ਦਿੰਦੇ ਨੇ। ਇਹ 12 ਮਹੀਨੇ ਹੁਣ ਕਿਸ ਪ੍ਰਥਾਏ ਉਚਾਰਦੇ ਨੇ? ਪਰਮਾਤਮਾ ਦਾ ਮਿਲਣ ਕਰਵਾਉਣ ਵਾਸਤੇ। ਆਓ ਚੇਤ ਮਹੀਨੇ ਵਿੱਚ ਪ੍ਰਵਿਸ਼ਟ ਹੋਈਏ। ਕਰੋ ਰਸਨਾ ਪਵਿੱਤਰ ਉਚਾਰਨ ਕਰੋ ਜੀ, ਸਤਨਾਮ। ਚੇਤ ਗੋਵਿੰਦ ਆਰਾਧੀਐ, ਹੋਵੇ ਆਨੰਦ ਘਣਾ। ਚੇਤ ਦਾ ਮਹੀਨਾ ਜਦ ਆਰੰਭ ਹੁੰਦਾ ਹੈ ਨਾ, ਖਾਸ ਤੌਰ ਤੇ ਪੂਰਬ ਵਿੱਚ, ਇੱਥੇ ਥੋੜਾ ਲੇਟ ਹੈ। ਪੱਛਮ ਦਾ ਵੈਦਰ ਪੂਰਬ ਨਾਲ ਬਿਲਕੁਲ ਨਹੀਂ ਮਿਲਦਾ। ਉੱਥੇ ਇਸ ਵਕਤ ਚੌਗਿਰ ਦੇ ਵਿੱਚ ਫੁੱਲ ਹੀ ਫੁੱਲ ਖਿੜੇ ਨੇ, ਚਾਰੇ ਪਾਸੇ ਫੁੱਲਾਂ ਦੀਆਂ ਸੁਗੰਧੀਆਂ। ਪਿੰਡਾਂ ਦੇ ਰਹਿਣ ਵਾਲਿਓ ਦੇਖਿਆ ਹੋਣਾ, ਕਈ ਵਾਰੀ ਸਰਸੋਂ ਦੇ ਖੇਤ ਦੇ ਕੋਲੋਂ ਗੁਜ਼ਰੇ ਹੋਵੋ, ਕਿੰਨੀ ਸੁਗੰਧੀ ਵਾਤਾਵਰਨ ਨੂੰ ਘੇਰ ਕੇ ਰੱਖਦੀ ਹੈ। ਪ੍ਰਕਿਰਤੀ ਖਿੜੀ ਹੋਈ ਹੈ। ਇਵੇਂ ਲੱਗਦਾ ਜਿਵੇਂ ਖਲਕਤ ਮੁਸਕਰਾ ਰਹੀ ਹੈ, ਖਲਕਤ ਨੱਚ ਰਹੀ ਹੈ ਕਿਸੇ ਅਗੰਮੀ ਰਸ ਵਿੱਚ। ਸਤਿਗੁਰੂ ਕਹਿੰਦੇ ਨੇ, ਹੇ ਗੋਬਿੰਦ, ਹੇ ਪ੍ਰਭੂ, ਚੇਤ ਦੇ ਮਹੀਨੇ 'ਚ ਪ੍ਰਕਿਰਤੀ ਤੇ ਆਨੰਦ ਪੂਰਨ ਹੋ ਗਈ, ਖਿੜ ਗਈ ਹੈ। ਪਰ ਹੇ ਗੋਬਿੰਦ,
ਚੇਤ ਦੇ ਮਹੀਨੇ 'ਚ ਮਨੁੱਖ ਉਸੇ ਦੇ ਅੰਦਰ ਖਿੜਾਓ ਪੈਦਾ ਹੋਵੇਗਾ, ਉਸੇ ਮਨੁੱਖ ਦੇ ਅੰਦਰ ਖੇੜਾ ਆਨੰਦ ਪ੍ਰਾਪਤ ਹੋਵੇਗਾ। ਕਿਸ ਦੇ? ਜਿਹੜਾ ਮਨੁੱਖ ਹੈ ਗੋਬਿੰਦ ਤੇਰਾ ਚਿੰਤਨ ਕਰੇਗਾ, ਤੇਰਾ ਆਰਾਧਨ ਕਰੇਗਾ, ਜੋ ਤੈਨੂੰ ਜਪੇਗਾ। ਅਗਰ ਆਨੰਦ ਚਾਹੁੰਦਾ ਹਿਰਦੇ ਦਾ ਹੈ ਮਨੁੱਖ, ਫਿਰ ਗੋਬਿੰਦ ਦਾ ਜਪਣਾ ਕਰ, ਫਿਰ ਪ੍ਰਭੂ ਨੂੰ ਸਿਮਰਨਾ ਕਰ। ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਕਣਾ, ਕਣਾ ਆਨੰਦ ਹੋ ਜਾਂਦਾ ਹੈ। ਦੁੱਖ ਸੁੱਖ ਤੋਂ ਪਾਰ ਚਲੀ ਜਾਂਦੀ ਹੈ ਜੀਵਨ ਯਾਤਰਾ। ਦੇਖੋ ਦੁਨੀਆ ਦੇ ਸਾਰੇ ਸ਼ਬਦ ਜਿੰਨੇ ਵੀ ਨੇ ਨਾ, ਕੋਈ ਵੀ ਐਸਾ ਸ਼ਬਦ ਨਹੀਂ ਹੈ ਜਿਸ ਦੇ ਵਿਰੋਧ ਵਿੱਚ ਵਿਰੋਧੀ ਸ਼ਬਦ ਨਾ ਹੋਵੇ। ਸੁੱਖ ਦੁੱਖ ਹੈ ਨਾਲ, ਖੁਸ਼ੀ ਗਮੀ ਹੈ ਨਾਲ, ਹਾਸੇ ਰੋਣੇ ਨੇ ਨਾਲ, ਦਿਨ ਰਾਤ ਹੈ ਨਾਲ, ਮੂਰਖਤਾ ਸਿਆਣਪ ਹੈ ਨਾਲ। ਦੁਨੀਆ ਦਾ ਕੋਈ ਐਸਾ ਸ਼ਬਦ ਨਹੀਂ ਹੈ ਜਿਸ ਦੇ ਵਿਰੋਧ ਵਿੱਚ ਕੋਈ ਸ਼ਬਦ ਨਾ ਹੋਵੇ। ਇੱਕੋ ਇੱਕ ਆਨੰਦ ਸ਼ਬਦ ਐਸਾ ਹੈ ਜਿਸ ਦਾ ਵਿਰੋਧੀ ਸ਼ਬਦ ਨਹੀਂ ਮਿਲਦਾ। ਆਨੰਦ ਦਾ ਵਿਰੋਧੀ ਸ਼ਬਦ ਨਹੀਂ ਹੈ। ਆਨੰਦ ਆਪਣੇ ਆਪ ਵਿੱਚ ਮੁਕੰਮਲ ਪੂਰਨ ਸ਼ਬਦ ਹੈ। ਸਤਿਗੁਰੂ ਕਹਿੰਦੇ ਨੇ ਗੋਬਿੰਦ ਦਾ ਆਰਾਧਨ ਕਰਨ ਨਾਲ ਹਿਰਦੇ 'ਚ ਆਨੰਦ ਆ ਜਾਂਦਾ ਹੈ। ਤੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਪਰਮਾਤਮਾ ਦਾ ਜਾਪ ਕਰਨ ਵਾਸਤੇ ਤੇ ਸਤਿਗੁਰੂ ਕਹਿੰਦੇ ਤੌਫੀਕ ਕਿੱਥੋਂ ਮਿਲੇ, ਮਾਰਗ ਦਰਸ਼ਨ ਕਿੱਥੋਂ ਮਿਲੇ? ਸੰਤ ਜਨਾ ਮਿਲ ਪਾਈਐ। ਉਹ ਜਗਿਆਸੂ ਪੁਰਸ਼, ਉਹ ਪਰਮਾਰਥੀ ਪੁਰਸ਼ ਜਿਨ੍ਹਾਂ ਦੇ ਹਿਰਦੇ ਦਾ ਦੀਪਕ ਜਲ ਚੁੱਕੇ, ਜਿਨ੍ਹਾਂ ਦੇ ਅੰਦਰ ਪਰਮਾਤਮ ਤੱਤਵ ਪ੍ਰਗਟ ਹੋ ਗਿਆ। ਸਤਿਗੁਰੂ ਕਹਿੰਦੇ ਉਹਨਾਂ ਨੂੰ ਮਿਲ, ਉਹਨਾਂ ਨੂੰ ਮਿਲੇਗਾ, ਤੇਰੀ ਰਸਨਾ ਤੇ ਉਸ ਪਰਮਾਤਮਾ ਦਾ ਨਾਮ ਚੱਲੇਗਾ। ਹੋਸ਼ ਵਿੱਚ, ਬੇਹੋਸ਼ੀ ਵਿੱਚ ਨਹੀਂ, ਹੋਸ਼ ਵਿੱਚ ਪਰਮਾਤਮਾ ਦਾ ਨਾਮ ਚੱਲੇਗਾ। ਸੁਰਤ ਵਿੱਚ ਪ੍ਰਭੂ ਦਾ ਆਰਾਧਨ ਕਰੇਗਾ। ਪ੍ਰਾਪਤੀ ਕਿੱਥੋਂ ਹੋਵੇਗੀ? ਉਹਨਾਂ ਪਾਸ ਬੈਠ ਜਿਹੜੇ ਸੁਰਤ ਵਿੱਚ ਹੋਸ਼ ਵਿੱਚ ਰਹਿ ਕੇ ਜਪਦੇ ਨੇ। ਦੇਖੋ ਸਿਆਣੇ ਸੱਜਣ, ਬੁਝਿਆ ਹੋਇਆ ਦੀਪਕ, ਭਾਵੇਂ ਬੁਝੇ ਦੀਪਕਾਂ ਦਾ 1 ਲੱਖ ਦਾ ਇਕੱਠ ਕਰ ਲਓ ਤੇ ਇਸ ਭੁਲੇਖੇ 'ਚ ਨਾ ਰਹਿਣਾ ਬੁਝੇ ਹੋਏ ਦੀਪਕ ਕੋਈ ਰੌਸ਼ਨੀ ਦੀ ਚਿਣਗ ਦੇਣਗੇ, ਬਿਲਕੁਲ ਨਹੀਂ ਮਿਲੇਗੀ। ਜਗ ਦਾ ਦੀਪਕ ਇੱਕ ਹੀ ਬਹੁਤ ਹੈ, ਰੌਸ਼ਨੀ ਫੈਲਾ ਦੇਗਾ। ਸਤਪੁਰਸ਼ ਉਹ ਜੋ ਜਾਗਰਤ ਹੈ ਅੰਦਰੋਂ, ਜਿਸ ਦੇ ਹਿਰਦੇ ਦਾ ਦੀਪਕ ਜਲ ਚੁੱਕੇ। ਇਕਾਗਰਤਾ ਬਖਸ਼ਿਸ਼ ਕਰਾਵਣੀ ਬੱਚਿਆਂ ਨੂੰ, ਬਸ 10 ਮਿੰਟ ਦਾ ਸਮਾਂ ਬਾਕੀ ਹੈ, ਤਾਂ ਜੋ ਸਥਿਰਤਾ ਬਣੀ ਹੈ ਬਣੀ ਰਹੇ। ਮਾਂ ਬਾਪ ਨੂੰ ਮੈਂ ਬੇਨਤੀ ਕਰਦਾ ਕਿ ਗਰਾਊਂਡ ਨਾ ਬਣਾਇਆ ਕਰੋ ਇਸ ਨੂੰ, ਇਹ ਗੁਰੂ ਦਰਬਾਰ ਹੈ। ਜੇ ਬੱਚੇ ਨਹੀਂ ਕਹਿਣਾ ਮੰਨਦੇ ਤੇ ਆਪ ਲੰਗਰ ਹਾਲ ਵਿੱਚ ਵੀ ਆਵਾਜ਼ ਆਉਂਦੀ ਜਾਂ ਬਾਹਰ ਬੈਠ ਕੇ ਵੀ ਸਰਵਣ ਕਰ ਸਕਦੇ ਹੋ, ਤਾਂ ਜੋ ਸੰਗਤ ਦਾ ਮਾਹੌਲ ਬਣਿਆ ਰਹੇ। ਆਸ ਆਪ ਜ਼ਰੂਰ ਤਵੱਜੋ ਦੇਵੋਗੇ। ਕਰੋ ਰਸਨਾ ਪਵਿੱਤਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਗਦੇ ਹੋਏ ਦੀਪਕ ਜਿਨ੍ਹਾਂ ਦੇ ਹਿਰਦੇ ਦੇ ਨੇ, ਉਹਨਾਂ ਪਾਸ ਬੈਠ, ਉੱਥੋਂ ਤੈਨੂੰ ਹਰੀ ਨਾਮ ਦੀ ਚਿਣਗ ਮਿਲੇਗੀ। ਉੱਥੋਂ ਤੈਨੂੰ ਪਰਮਾਤਮਾ ਦੇ ਮਾਰਗ ਤੇ ਤੁਰਨ ਦੀ ਪ੍ਰੇਰਨਾ ਮਿਲੇਗੀ। ਸਤਿਗੁਰੂ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੇ ਗਣਾ। ਅਸੀਂ ਬੱਚਿਆਂ ਨੂੰ ਕੀ ਸਿਖਾਉਂਦੇ ਹਾਂ? ਜ਼ਿਆਦਾ ਤੋਂ ਜ਼ਿਆਦਾ ਧਨ ਕਮਾਓ, ਤਾਂ ਹੋਣਾ ਸਫਲ ਹੈ, ਤਾਂ ਹੀ ਜੀਵਨ ਦਾ ਕੁਝ ਲਕਸ਼ ਹੈ। ਹਰ ਪ੍ਰਾਣੀ ਦਾ, ਹਰ ਸੰਸਾਰੀ ਦਾ ਇੱਕ ਹੀ ਲਕਸ਼ ਹੈ, ਤਜੋੜੀ ਨੂੰ ਵੱਡਾ ਕਰਨਾ। ਅਧਿਆਤਮਕਵਾਦੀ ਇਸ ਨੂੰ ਨਹੀਂ ਮੰਨਦੇ। ਦੇਖੋ ਕਿਸੇ ਦੀ ਮੌਤ ਹੋ ਜਾਏ ਨਾ, ਕਿਸੇ ਬਜ਼ੁਰਗ ਦੀ, ਤੇ ਅਕਸਰ ਧਾਰਮਿਕ ਸਟੇਜ ਤੋਂ ਬੁਲਾਰੇ ਇਹ ਸ਼ਬਦ ਬੋਲਦੇ ਨੇ ਤੇ ਪੁੱਤਰ ਉਹ ਹੈ ਜਿਹੜਾ ਪਿਤਾ ਦੇ ਕਮਾਏ ਹੋਏ ਧਨ ਨੂੰ ਨਾ ਵਧਾਵੇ ਨਾ ਘਟਾਵੇ। ਸਪੁੱਤਰ ਉਹ ਹੈ ਜਿਹੜਾ ਪਿਤਾ ਦੀ ਤਜੋੜੀ ਨੂੰ ਹੋਰ ਅੱਗੇ ਲੈ ਜਾਵੇ, ਤੇ ਕਪੁੱਤਰ ਉਹ ਹੈ ਜਿਹੜਾ ਉਜਾੜ ਦੇਵੇ। ਧਾਰਮਿਕ ਸਟੇਜਾਂ ਤੋਂ ਇਹ ਅਰਥ ਕੀਤੇ ਜਾਂਦੇ ਨੇ। ਮੇਰਾ ਹਿਰਦੇ ਇਸ ਨਾਲ ਸਹਿਮਤ ਨਹੀਂ ਹੈ। ਗੁਰੂ ਨਾਨਕ ਸਾਹਿਬ ਤੋਂ 20 ਰੁਪਏ ਉਜਾੜ ਕੇ ਆ ਜਾਂਦੇ ਨੇ ਪਿਤਾ ਮੁਤਾਬਕ ਤੋਂ, ਫਿਰ ਕੀ ਕਹੋਗੇ ਉੱਥੇ? ਪਿਤਾ ਮੁਤਾਬਕ ਤੋਂ ਪਿਤਾ ਫਿਰ ਠੀਕ ਹੀ ਕਹਿੰਦਾ। ਸੂਰਜ ਪ੍ਰਕਾਸ਼ ਨੂੰ ਪੜ੍ਹਨਾ, ਉਸ ਵਿੱਚ ਪਿਤਾ ਕਲਿਆਣ ਦਾਸ ਕਹਿੰਦੇ ਨੇ ਘਰ ਉਜਾੜੂ ਮੇਰੇ ਘਰ ਆ ਗਏ। ਇਹ ਖੁਦਾ ਪਤਾ ਨਹੀਂ ਕਿਹੜੇ ਯੁੱਗ ਦਾ ਤੂੰ ਵੈਰ ਮੇਰੇ ਤੋਂ ਲਿਆ, ਐਸਾ ਪੁੱਤਰ ਜਿਹੜਾ ਹਰ ਵਕਤ ਉਜਾੜੀ ਜਾਂਦਾ ਹੈ। ਮੇਰੇ ਮੁਤਾਬਕ ਤੋਂ ਸਪੂਤ ਦੇ ਇੱਕੋ ਹੀ ਅਰਥ ਨੇ ਜੋ ਜੀਵਨ ਦੇ ਤੱਤ ਸਾਰ ਨੂੰ ਜਾਣ ਲੈਂਦਾ ਹੈ। ਜਦ ਅਰਥ ਐਸੇ ਕੀਤੇ ਜਾਣਗੇ, ਸਪੁੱਤਰ ਬਣ ਲਈ ਕਰਨਾ ਕੀ ਪਏਗਾ? ਪਿਤਾ ਦੀ ਤਜੋੜੀ ਨੂੰ ਵੱਡਾ ਕਰਨਾ। ਫਿਰ ਜਿੰਨੀਆਂ ਠੱਗੀਆਂ ਠੇਰੀਆਂ ਬਾਪ ਨੇ ਮਾਰੀਆਂ ਨੇ, ਉਸ ਤੋਂ ਜ਼ਿਆਦਾ ਫਿਰ ਮੈਂ ਮਾਰਾਂ, ਉਸ ਤੋਂ ਜ਼ਿਆਦਾ ਫਿਰ ਮੈਂ ਪ੍ਰਪੰਚ ਰਚਾਂ, ਧਨ ਦੌਲਤ ਨੂੰ ਹੋਰ ਵਿਰਾਟ ਰੂਪ ਦੇਵਾਂ। ਇਹ ਧਾਰਮਿਕ ਅਧਿਆਤਮਕਵਾਦੀ ਬੋਲ ਨਹੀਂ ਨੇ।
ਇਹ ਕਿਸੇ ਸੰਸਾਰੀ ਦੇ ਕੱਢੇ ਹੋਵਣਗੇ, ਜਿਸ ਦਾ ਮੋਹ ਧਨ ਨਾਲ ਹੈ ਉਸ ਦੇ ਕੱਢੇ ਹੋਵਣਗੇ, ਅਧਿਆਤਮਕਵਾਦੀ ਦੇ ਨਹੀਂ। ਅਧਿਆਤਮਕਵਾਦੀ ਤੇ ਇਹੋ ਹੀ ਕਵੇਗਾ ਜੋ ਸੱਤਿਆ ਨੂੰ ਜਾਣ ਗਿਆ ਉਹੀ ਸਪੂਤ ਹੈ, ਜਿਸ ਨੇ ਸੱਚ ਨੂੰ ਨਹੀਂ ਜਾਣਿਆ ਉਹ ਸਪੂਤ ਹੋ ਹੀ ਨਹੀਂ ਸਕਦਾ। ਧਨ ਦੌਲਤ ਦੇ ਭਾਵੇਂ ਅੰਬਾਰ ਲਗਾ ਲੈ, ਉਹੀ ਸਤਿਗੁਰੂ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਜਿਨ੍ਹਾਂ ਨੇ ਇਸ ਮਨੁੱਖਾ ਜੀਵਨ ਵਿੱਚ ਆ ਕੇ ਪਰਮਾਤਮਾ ਨੂੰ ਪਾ ਲਿਆ, ਜਾਣ ਲਿਆ, ਹਜ਼ੂਰ ਕਹਿੰਦੇ ਨੇ ਉਹੀ ਅਸਲ ਵਿੱਚ ਇਸ ਜਗਤ ਵਿੱਚ ਆਏ ਪ੍ਰਵਾਨ ਨੇ। ਬਾਕੀ ਤੇ ਸੰਸਾਰੀ ਆਏ ਜਾਂ ਨਾ ਆਏ ਇੱਕ ਬਰਾਬਰ ਹੀ ਹੈ, ਉਹੀ ਗਣੇ ਜਾਂਦੇ ਨੇ। ਕਬੀਰ ਸਾਹਿਬ ਜੀ ਦੀਆਂ ਕੋਈ ਮਿਲਾਂ ਨਹੀਂ ਸੀ ਚੱਲਦੀਆਂ, ਨਾਮਦੇਵ ਜੀ ਦੀਆਂ ਕੋਈ ਮਿਲਾਂ ਨਹੀਂ ਸੀ ਚੱਲਦੀਆਂ। ਰਵਿਦਾਸ ਜੀ ਹੋ ਸਕਦਾ ਜਿਸ ਜਗ੍ਹਾ ਤੇ ਬੈਠਦੇ ਹੋਵਣ, ਮਰੇ ਹੋਏ ਡੰਗਰਾਂ ਦੀ ਖੱਲ ਪਈ ਰਹਿੰਦੀ ਹੋਵੇਗੀ, ਬਦਬੂ ਵੀ ਉੱਥੋਂ ਆਉਂਦੀ ਹੋਵੇਗੀ, ਲੋਕ ਲੰਘਣ ਤੋਂ ਵੀ ਗੁਰੇਜ਼ ਕਰਦੇ ਹੋਵਣਗੇ, ਪਰ ਕਿਸੇ ਬਿਰਲੇ ਨੂੰ ਪਤਾ ਚੱਲਿਆ ਹੋਵੇਗਾ ਰਵਿਦਾਸ ਜੀ ਦੇ ਹਿਰਦੇ ਦੀ ਸੁਗੰਧੀ ਦਾ। ਕੋਈ ਬਿਰਲਾ ਹੋਵੇਗਾ ਜੋ ਜਾਣ ਪਾਇਆ ਹੋਵੇਗਾ। ਗਣੇ ਗਏ ਨੇ ਰਵਿਦਾਸ ਜੀ, ਆ ਗਏ ਨੇ ਪਰਮਾਤਮਾ ਦੀ ਸ਼੍ਰੇਣੀ ਵਿੱਚ ਕਬੀਰ ਸਾਹਿਬ, ਸਦਨਾ ਜੀ, ਕਿਉਂ ਹਿਰਦੇ 'ਚ ਪਰਮਾਤਮਾ ਪ੍ਰਗਟ ਹੋ ਗਿਆ। ਹਜ਼ੂਰ ਵੇਦਨਾ ਪ੍ਰਗਟ ਕਰਦੇ ਨੇ, ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਪਰਮਾਤਮਾ ਤੋਂ ਬਿਨਾਂ ਇੱਕ ਖਿਣ ਵੀ ਜੀਵਨ ਹੈ, ਹਜ਼ੂਰ ਕਹਿੰਦੇ ਨੇ ਲੱਗਦਾ ਜਿਵੇਂ ਸਾਰਾ ਜੀਵਨ ਹੀ ਵਿਅਰਥ ਚਲਿਆ ਗਿਆ। ਅਸੀਂ ਸਾਰਾ ਜੀਵਨ ਵਿਅਰਥ ਕੱਢ ਦਿੰਨੇ ਆ, ਫਿਰ ਵੀ ਵਿਅਰਥ ਨਹੀਂ ਲੱਗਦਾ। ਪਰ ਭਗਤ ਦੀ ਹਿਰਦੇ ਦੀ ਦਸ਼ਾ ਦੇਖੋ, ਇੱਕ ਖਿਣ ਵੀ ਪਰਮਾਤਮਾ ਦੀ ਯਾਦ ਵਿਸਰੇ, ਲੱਗਦਾ ਸਾਰਾ ਜੀਵਨ ਹੀ ਵਿਅਰਥ ਚਲਿਆ ਗਿਆ। ਜੀਵਨ ਦਾ ਕੋਈ ਮਨੋਰਥ ਹੀ ਨਾ ਰਿਹਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਹਜ਼ੂਰ ਕਹਿੰਦੇ ਨੇ ਹੇ ਪ੍ਰਭੂ ਤੂੰ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ, ਪਰਬਤਾਂ ਵਿੱਚ ਵੀ ਹੈ। ਤੂੰ ਜ਼ਰਰੇ ਜ਼ਰਰੇ ਵਿੱਚ, ਵਣਾ ਵਿੱਚ ਰਮਿਆ ਹੋਇਆ, ਵਿਆਪਕ ਹੈ। ਖਿੜੇ ਹੋਏ ਫੁੱਲ ਵਿੱਚ ਵੀ ਤੂੰ ਹੈ, ਮੁਰਝਾਏ ਫੁੱਲ 'ਚ ਵੀ ਤੂੰ ਹੈ, ਨਵੇਂ ਉਗਰ ਰਹੇ ਪੱਤੇ ਵਿੱਚ ਵੀ ਤੂੰ ਹੈ, ਝੜ ਰਹੇ ਪੱਤੇ ਵਿੱਚ ਵੀ ਤੂੰ ਹੈ। ਜ਼ਰਰੇ ਜ਼ਰਰੇ ਵਿੱਚ ਤੂੰ ਹੀ ਤੋਂ ਹੈ, ਤੂੰ ਹੀ ਤੋਂ ਸਰਬ ਵਿਆਪਕ ਹੈ। ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਸਤਿਗੁਰੂ ਕਹਿੰਦੇ ਨੇ ਜਿਸ ਵਕਤ ਹੈ ਪ੍ਰਭੂ ਤੇਰੀ ਯਾਦ ਨਹੀਂ ਬਣਦੀ, ਤੂੰ ਚੇਤੇ ਵਿੱਚ ਨਹੀਂ ਆਉਂਦਾ, ਉਸ ਵਕਤ ਜਿਹੜਾ ਦੁੱਖ ਪੈਦਾ ਹੁੰਦਾ ਹੈ, ਉਹ ਦੁੱਖ ਨੂੰ ਨਾਪਣ ਦਾ ਪੈਮਾਨਾ ਅੱਜ ਤਾਈਂ ਕੋਈ ਬਣਿਆ ਹੀ ਨਹੀਂ। ਗੁਰਮੁਖੋ ਸੱਚ ਬਾਤ ਹੈ, ਭਗਤ ਜਿਸ ਪੀੜਾ ਚੋਂ ਗੁਜ਼ਰਦੇ ਨੇ ਸੰਸਾਰੀ ਕਦੀ ਉਸ ਦਾ ਅੰਦਾਜ਼ਾ ਹੀ ਨਹੀਂ ਲਗਾ ਸਕਦਾ। ਵਿਗਿਆਨ ਨੇ ਭਾਵੇਂ ਇਕਾਈ ਨਾਪ ਲਈ ਹੈ ਤੇ ਪੀੜਾ ਨੂੰ ਨਾਪਣ ਦੀ ਇਕਾਈ ਹੈ, ਕੋਈ 1 ਡੇਲ 2 ਡੇਲ, ਉਹਨਾਂ ਨੇ ਜਿਹੜਾ ਪੈਮਾਨਾ ਨਾਪਿਆ ਡੇਲ ਇਕਾਈ ਕਹਿੰਦੇ ਨੇ, ਕੋਈ 47 ਡੇਲ ਇਕਾਈ ਨਾਪੀ ਹੈ ਉਹਨਾਂ ਨੇ। ਪਰ ਸੱਚ ਜਾਣਨਾ ਜਿਸ ਪੀੜਾ ਚੋਂ ਭਗਤ ਗੁਜ਼ਰਦਾ ਹੈ ਨਾ, ਉਹ ਪੀੜਾ ਨੂੰ ਨਾਪਣ ਦੀ ਕੋਈ ਇਕਾਈ ਨਾਪੀ ਨਹੀਂ ਜਾ ਸਕਦੀ। ਬੜੀ ਗਹਿਨ ਪੀੜਾ ਹੈ ਉਹ, ਜਿੱਥੇ ਸਭ ਵਿਅਰਥ ਲੱਗਦਾ ਹੈ, ਜਿੱਥੇ ਇਹ ਬਾਤ ਆ ਜਾਂਦੀ ਹੈ ਇਹ ਪੀੜਾ ਨੂੰ ਨਾਪਣ ਦਾ ਕੋਈ ਪੈਮਾਨਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਮੋਹਿ ਰਹਿਣ ਨਾ ਬਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਉ ਰਹਿ ਨਾ ਸਕਾਂ, ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ ਜੀਓ। ਇਸ ਪੀੜਾ ਨੂੰ ਨਾਪਣ ਦੀ ਕੋਈ ਇਕਾਈ ਹੈ? ਬਿਲਕੁਲ ਨਹੀਂ। ਵਿਗਿਆਨ ਦੀ ਪਕੜ 'ਚ ਨਹੀਂ ਆਉਣ ਵਾਲੀ ਇਹ ਬਾਤ, ਸੰਸਾਰੀ ਵੀ ਨਹੀਂ ਜਾਣ ਪਾਏਗਾ। ਹਜ਼ੂਰ ਕਹਿੰਦੇ ਨੇ ਜਿਸ ਪਲ ਵਿੱਚ ਤੂੰ ਵਿਛੜ ਜਾਏ, ਤੇਰੀ ਵੇਦਨਾ ਜੋ ਸਤਾਂਦੀ ਹੈ, ਉਸ ਵਕਤ ਜੋ ਪੀੜਾ ਪੈਦਾ ਹੁੰਦੀ ਹੈ, ਸਤਿਗੁਰੂ ਕਹਿੰਦੇ ਉਹ ਦੁੱਖ ਨਾ ਦੱਸਿਆ ਜਾ ਸਕਦਾ, ਨਾ ਨਾਪਿਆ ਜਾ ਸਕਦਾ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਉਹਨਾਂ ਦੇ ਹਿਰਦੇ ਦੇ ਭਾਗ ਜਾਗ ਗਏ ਨੇ। ਕਿਹਨਾਂ ਦੇ? ਜਿਨ੍ਹਾਂ ਨੇ ਜੀਵਤ ਜੀ ਪਰਮਾਤਮਾ ਨੂੰ ਰਾਹ ਲਿਆ, ਪਾ ਲਿਆ, ਪ੍ਰਸੰਨ ਕਰ ਲਿਆ। ਪਰਮਾਤਮਾ ਨਾਲ ਜਿਹਨਾਂ ਦੀ ਬਣ ਆਈ ਹੈ ਉਹ ਭਾਗਵਤੀ ਹੋ ਗਏ ਨੇ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਗੁਰੂ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਾਡਾ ਮਨ ਹੈ ਹਰੀ ਤੇਰੇ ਦਰਸ਼ਨਾਂ ਦੀ ਲੋਚਾ ਲੈ ਕੇ ਬੈਠਾ, ਪਿਆਸ ਲੈ ਕੇ ਬੈਠਾ। ਕਿਰਪਾ ਕਰੋ, ਰਹਿਮਤ ਕਰੋ, ਆਪਣਾ ਦੀਦਾਰ ਬਖਸ਼ਿਸ਼ ਕਰੋ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਚੇਤ ਦੇ ਮਹੀਨੇ ਵਿੱਚ ਜਿਹੜਾ ਸਾਨੂੰ ਪਰਮਾਤਮਾ ਨਾਲ ਮਿਲਾ ਦੇ, ਪ੍ਰਭੂ ਨਾਲ ਮਿਲਾ ਦੇ, ਹਜ਼ੂਰ ਕਹਿੰਦੇ ਮੈਂ ਉਸਦੇ ਚਰਨਾਂ ਨਾਲ ਲੱਗ ਜਾਵਾਂਗਾ। ਪੜ੍ਹਦੇ ਹੋ ਨਾ ਰੋਜ਼, ਸਰਵਣ ਵੀ ਕਰਦੇ ਹੋ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਸ਼ਰਤ ਨਹੀਂ ਰੱਖੀ ਵੀ ਇੱਦਾਂ ਦਾ ਹੋਣਾ ਚਾਹੀਦਾ ਹੈ, ਸੰਨਿਆਸੀ ਹੋਣਾ ਚਾਹੀਦਾ ਹੈ, ਉਹ ਬ੍ਰਹਮਚਾਰੀ ਹੋਣਾ ਚਾਹੀਦਾ ਹੈ, ਸਨਾਤਨੀ ਹੋਣਾ ਚਾਹੀਦਾ ਹੈ,
फलाने मत का होना चाहिए, शर्त कोई नहीं है। पाया जिसने परमात्मा नू, कोई जन जिसने पा लिया, चाहे वो इस्लामी जगत के फरीद ने, चाहे वो ਜਿਹੜੇ ਕਿਸੇ मजहब ने जिन्होंने अपने विच लिया ही नहीं, कबीर, नामदेव जी, रविदास जैसे, चाहे वो ने, कोई जन कोई भी होवे जिसने पा लिया वो भी मैनू जोड़ देवे ते की करांगा, चरण गहों बको शुभ रसना, दीजै प्राण अकोर। मैं उसके चरणों का स्पर्श करांगा, रसना तो शुभ बोल बोलांगा ते भेटा की अर्पण करांगा। सब तो कीमती मेरे प्राण ही ने, परमात्मा दे मिलाप दे बदले अपने प्राण देण नूं राजी है। जो प्राण देण नूं राजी होवे प्रभु बदले, प्रभु उसे नूं मिलदा है, उसे दे हिरदे च प्रगट होंदा है। भुल्लां चुकां दी मुआफ़ी। आप जी ने अत्यंत प्रेम सहित सरवण कीता है। आप सारिआं नूं सतगुर जी हिरदे दी प्यास, प्रभु प्यार बख्शिश करे। मेरियां भुल्लां मेरी झोली विच पाउंदे होए अखीरलियां पंक्तियां करो सरवण, और चेत दे महीने विच गुरु अगे अरदास करिए, हे गुरु सानूं हुण अपने इस परमार्थ दे मार्ग ते तू आप शुभ इशामा दे के तोर लै। आओ सरवण करो अखीरलियां पंक्तियां। हर दर्शन को मन लोचदा, नानक प्यास मना, चेत मिलाए सो प्रभु, तिस कै पाए लगा। वाहिगुरु जी का खालसा, वाहिगुरु जी की फतेह। सन्मानयोग गुरु रूप साध संगत जी, ਇਸ ਸਨ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਰਣਬੀਰ ਸਿੰਘ ਜੀ ਦਸੂਆ,